ਕਰਦੇ ਸੀਗੇ ਉਹਨੂੰ ਆਪਾਂ ਨਾਮ ਦਿੱਤਾ ਸੀ ਐਪਲੀਕੇਸ਼ਨ ਆਫ ਇਲਾਸਟਿਸਿਟੀ। ਉਹ ਜੀ ਇੱਕ ਲਾਸਟ ਐਪਲੀਕੇਸ਼ਨ ਇਹ ਹੈਗੀ ਆ, ਕਹਿੰਦਾ ਜੀ ਆ ਹੋਲੋ ਸ਼ਾਫਟ, a hollow shaft is found to be more stronger. A hollow shaft is found to be more stronger than solid shaft. Hollow shaft is found to be more stronger than solid shaft made up of same equal material. ठीक है, ਇਹਨੂੰ ਆਪਾਂ ਜੇ ਇਹ ਕਹੀਏ, ਉਹ ਕਹਿੰਦਾ ਜੀ ਇਹੀ ਆਪਣਾ ਕੁਐਸਚਨ ਬੇਸਿਕਲੀ ਪ੍ਰੂਵ ਕਰਨਾ ਆਪਾਂ। ਕਹਿੰਦਾ ਜੀ ਪ੍ਰੂਵ ਇਹ ਕਰੋ ਕਿ ਵੀ ਜੇ ਇੱਕ ਹੋਲੋ ਸ਼ਾਫਟ ਹੋਵੇ, ਸ਼ਾਫਟ ਕਿਹਨੂੰ ਕਹੀਏ ਬੇਟਾ, ਇੱਕ ਜੇ ਮੈਂ ਇਹਦੀ ਐਗਜ਼ਾਮਪਲ ਇਦਾਂ ਕੋਡ ਕਰਦਾ ਕਿ ਜਿੱਦਾਂ ਸਾਡੇ ਇਲੈਕਟ੍ਰਿਕ ਪੋਲ ਹੁੰਦੇ ਆ ਨਾ, ਉਹ ਕਹਿੰਦਾ ਇਲੈਕਟ੍ਰਿਕ ਪੋਲ ਜੇਕਰ ਅੰਦਰੋਂ ਹੋਲੋ ਹੋਏਗਾ ਤੇ ਜੇ ਇਲੈਕਟ੍ਰਿਕ ਪੋਲ ਮੇਰੇ ਕੋਲ ਓਨੇ ਹੀ ਮਟੀਰੀਅਲ ਦਾ, ਜੇ ਮੇਰੇ ਕੋਲ ਇਲੈਕਟ੍ਰਿਕ ਪੋਲ ਓਨੇ ਹੀ ਮਟੀਰੀਅਲ ਦਾ ਇੱਕ ਸੋਲਿਡ ਸ਼ਾਫਟ ਦੀ ਫਾਰਮ ਚ ਹੋਵੇ, ਯਾਨੀ ਇੱਕ ਹੋਲੋ ਪੋਲ ਹੋਵੇ ਇੱਕ ਸੋਲਿਡ ਪੋਲ ਹੋਵੇ, ਮਟੀਰੀਅਲ ਦੋਨਾਂ ਦੇ ਵਿੱਚ ਬਰਾਬਰ ਲੱਗਿਆ ਹੋਵੇ, ਤੇ ਜੇ ਮੈਂ ਦੋਨਾਂ ਹੀ ਐਸਐਚ ਰੋਡਸ ਨੂੰ ਟਰਨਿੰਗ ਇਫੈਕਟ ਦੇਣਾ ਹੋਵੇ, ਮੈਂ ਦੋਨਾਂ ਨੂੰ ਟਵਿਸਟ ਦੇਣਾ ਹੋਵੇ, ਮਰੋੜ ਕੇ ਦੇਖਣਾ ਹੋਵੇ ਦੋਨਾਂ ਨੂੰ, ਤੇ ਅਸੀਂ ਇਹ ਕਹਿੰਦੇ ਕਿ ਵੀ ਉਸ ਦੋਨਾਂ ਕੇਸਿਸ ਦੇ ਅੰਦਰ ਜਿਹੜਾ ਹੋਲੋ ਸ਼ਾਫਟ ਹੋਏਗਾ ਨਾ, that will कहना जी not to be easily twisted as compared to that of the solid shaft। क्या क्वेश्चन समझ लग गया की हैगा? बेटे आवाज नहीं? yes sir। हाँ जी सर। समझ आया की कह रहे हैं? हाँ जी सर। yes sir। चलो क्वेश्चन ये हैगा कि भी जे मेरे को एसएच ए अपने आप च जे ए स्टेटमेंट ना होवे, एदी साथ ते दूजी स्टेटमेंट ये हुंदी आ कि why an electric pole made to be hollow। ठीक है, ਜਿਹੜੇ ਇਲੈਕਟ੍ਰਿਕ ਪੋਲਸ ਅਸੀਂ ਲਗਾਉਂਦੇ ਆ ਉਹਨੂੰ ਅਸੀਂ ਅੰਦਰੋਂ ਖੋਖਲਾ ਕਿਉਂ ਬਣਾਉਂਦੇ ਆ, ਠੀਕ ਹੈ, ਜਦਕਿ ਉਹਦੀ ਥਾਂ ਤੇ ਜੇ ਸੋਲਿਡ ਸ਼ਾਫਟ ਲੈ ਲਵਾਂ, ਹਨਾ, ਸੋਲਿਡ ਪੋਲ ਹੋਵੇ, ਤੇ ਕਹਿੰਦਾ ਜੀ ਉਹ ਅਸੀਂ ਕਹਿੰਦੇ ਜੀ ਐਸਾ ਕਿਉਂ ਨਹੀਂ ਡਿਵੈਲਪ ਕਰਦੇ। ਹੁਣ ਦੋਨਾਂ ਚ ਕਾਮਨ ਚੀਜ਼ ਇੱਕ ਹੈਗੀ ਆ ਕਿ ਵੀ ਦੇ ਸ਼ੁੱਡ ਬੀ ਮੇਡ ਅਪ ਆਫ ਇਕੁਅਲ ਮਟੀਰੀਅਲ। ਇਹਦਾ ਮਤਲਬ ਜਦੋਂ ਬਰਾਬਰ ਦਾ ਮਟੀਰੀਅਲ, ਠੀਕ ਹੈ, ਮੈਂ ਯੂਜ਼ ਕਰਕੇ ਜੇ ਉਹਨੂੰ ਮੈਂ ਇਸ ਵੇ ਨਾਲ ਸੋਲਿਡ ਬਣਾਵਾਂਗਾ, ਤੇ ਜੇ ਓਨਾ ਹੀ ਮਟੀਰੀਅਲ ਮੈਂ ਇਸ ਹੋਲੋ ਪੋਰਸ਼ਨ ਚ ਸੈਟਅਪ ਕਰਨਾ ਹੋਵੇ, ਤੇ ਵੈਸੇ ਸੋਚੀਏ ਤਾਂ ਇੱਕ ਚੀਜ਼ ਆ ਜਾਏਗੀ, ਜਦੋਂ ਮਟੀਰੀਅਲ ਡਿਸਟ੍ਰੀਬਿਊਟਿਡ ਫਾਰਮ ਚ ਹੋਏਗਾ, ਜਦੋਂ ਮਟੀਰੀਅਲ ਡਿਸਟ੍ਰੀਬਿਊਟਿਡ ਫਾਰਮ ਚ ਹੋਏਗਾ, ਇੱਕ ਸੋਲਿਡ ਸ਼ਾਫਟ ਬਣੀ ਹੋਏਗੀ, ਠੀਕ ਹੈ, ਜਿਹਦਾ ਆ ਚੌਕ ਆ ਇਹ ਸੋਲਿਡ ਸ਼ਾਫਟ ਆ, ਜੇ ਇਹਨੂੰ ਮੈਂ ਮਰੋੜਨਾ ਹੋਵੇ ਤੇ ਇਹਦੀ ਥਾਂ ਤੇ ਇੰਨਾ ਹੀ ਮਟੀਰੀਅਲ ਸਿਰਫ ਮੇਰੇ ਰਿਮ ਤੇ ਆ ਜਾਵੇ, ਵਿੱਚੋਂ ਹੋਲੋ ਹੋ ਜੇ, ਆ ਸਾਰਾ ਮਟੀਰੀਅਲ ਇਸ ਰਿਮ ਤੇ ਆ ਜਾਏ, ਤੇ ਇਸ ਮੂਵਮੈਂਟ ਤੇ ਜੇ ਮੈਂ ਇਸ ਸ਼ਾਫਟ ਨੂੰ ਰੋਟੇਟ ਕਰਨਾ ਹੋਵੇ, ਤਾਂ ਅਸੀਂ ਕਹਿੰਦੇ ਜੀ ਹੋਲੋ ਸ਼ਾਫਟ ਨੂੰ ਟਰਨ ਦੇਣਾ ਟਫ ਹੋਏਗਾ as compared to that of the कहना जी solid shaft। इस चीज ਨੂੰ मैथमेटिकल प्रूव ਕਰਨ ਵਾਸਤੇ ਆਪਾਂ ਇੱਕ ਫਾਰਮੂਲਾ ਲੈਣ ਲੱਗੇ ਆ। ਕੱਲ ਵੀ ਗੱਲ ਕੀਤੀ ਸੀਗੀ, ਦੋ ਐਪਲੀਕੇਸ਼ਨ ਇਦਾਂ ਦੀਆਂ ਨੇ। ਕੱਲ ਇੱਕ ਐਪਲੀਕੇਸ਼ਨ ਆਪਾਂ ਕੀਤੀ ਸੀ ਡਿਪਰੈਸ਼ਨ ਪ੍ਰੋਡਿਊਸਡ ਇਨ ਦਾ ਬ੍ਰਿਜ ਵਾਲੀ, ਉਹਦਾ ਵੀ ਡਾਇਰੈਕਟ ਫਾਰਮੂਲਾ ਸੀ। ਇਦਾਂ ਹੀ ਇਹਦਾ ਵੀ ਇੱਕ ਡਾਇਰੈਕਟ ਫਾਰਮੂਲਾ ਦਿੱਤਾ ਜਿਹਦੇ ਨਾਲ ਅਸੀਂ ਇਹਨੂੰ ਕੰਪੇਅਰ ਕਰਕੇ ਜਾਂ ਉਹਨੂੰ ਯੂਜ਼ ਕਰਕੇ ਅਸੀਂ ਹੋਲੋ ਤੇ ਸੋਲਿਡ ਨੂੰ ਕੰਪੈਰੀਟਿਵ ਕਰਕੇ ਅਸੀਂ ਟਰਨ ਕੱਢਾਂਗੇ ਕਿ ਦੋਨਾਂ ਦਾ ਟਾਰਕ ਕਿੰਨਾ ਕਿੰਨਾ ਆਉਂਦਾ ਪਿਆ। सो ये तो शुरू कर रहे हैं। वी नो दैट टर्निंग इफेक्ट, या इधर लिख दो टॉर्क रिक्वायर्ड टू प्रोड्यूस अ यूनिट ट्विस्ट, to produce a unit twist is given by, याद रखने वाला थोड़े लिए फॉर्मूला होएगा ਜਿਹੜਾ यूज करते पे is given by tau equal to pi into g r power 4 over eta into l। ਹੁਣ ਇਹ ਫਾਰਮੂਲਾ ਵਿਦਆਊਟ ਡੈਰੀਵੇਸ਼ਨ ਆ, ਇਨ ਕੇਸ ਫਾਰਮੂਲਾ ਨਾ ਵੀ ਯਾਦ ਆਵੇ, ਹਨਾ, ਇੱਕ ਫੈਕਟਰ ਇਹ ਚੋਂ ਆਪਾਂ ਨੂੰ ਮੇਨ ਚਾਹੀਦਾ ਸਿਰਫ ਕਿ ਟਾਰਕ ਜਿਹੜਾ ਵਾ ਉਹ ਰੇਡੀਅਸ ਦੀ 4th ਪਾਵਰ ਦੇ ਕਹਿੰਦਾ ਜੀ ਪ੍ਰਪੋਰਸ਼ਨਲ, ਠੀਕ ਹੈ, ਯਾਨੀ ਆ ਉਹ ਫੈਕਟਰ ਹੋਏਗਾ ਜਿਹਨਾਂ ਅਸੀਂ ਸਾਰੀ ਕਹਿੰਦਾ ਜੀ ਕੰਡੀਸ਼ਨ ਡਿਵੈਲਪ ਕਰਨੀ। और ऊपर ਅਸੀਂ ਕਿਹਾ ਕਿ ਵੀ ਜਦੋਂ ਇਹਨੂੰ ਮੈਂ ਮਰੋੜਨਾ ਵਾ, ਹਨਾ, ਇਹ ਮਤਲਬ ਚ ਮੈਂ ਟਰਨਿੰਗ ਇਫੈਕਟ ਲਿਆਣਾ, ਇਹ ਕਪਲ ਆਫ ਫੋਰਸ ਲਗਾ ਕੇ ਇਹਨੂੰ ਰੋਟੇਟ ਕਰਦਾ ਪਿਆ ਕੁਝ ਐਂਗਲ ਤੇ, ਅਸੀਂ ਕਿਹਾ ਕਿ ਵੀ ਯੂਨਿਟ ਟਵਿਸਟ ਮਤਲਬ ਤੁਸੀਂ ਜੇ ਇਹਨੂੰ ਮੰਨ ਲਓ ਟੋਟਲ 10 ਡਿਗਰੀ ਐਂਗਲ ਤੇ ਰੋਟੇਟ ਕਰਾਇਆ ਵਾ, ਮਤਲਬ ਇਹਨੂੰ ਮੈਂ ਜਦੋਂ ਮਰੋੜਿਆ ਤੇ ਇਹਨੂੰ 10 ਡਿਗਰੀ ਐਂਗਲ ਤੇ ਰੋਟੇਟ ਕਰਾਇਆ,
ਉਹ 'ਚ ਜਿੰਨਾ ਟੋਟਲ ਟਾਰਕ ਲੱਗਿਆ ਹੋਏਗਾ ਉਹਨੂੰ ਟੋਟਲ 10 ਡਿਗਰੀ यानी थीटा ਨਾਲ ਡਿਵਾਈਡ ਕਰੋ ਤੇ ਜਿਹੜਾ ਉਹ ਐਸ ਸੱਚ 1 ਡਿਗਰੀ ਐਂਗਲ ਵਾਸਤੇ ਟਰਨਿੰਗ ਇਫੈਕਟ ਆਇਆ ਉਹਨੂੰ ਅਸੀਂ ਟਾਓ ਸਿੰਬਲ ਦਿੱਤਾ ਵਾ। ਕਿ ਟਾਓ ਕਿਹਦੇ ਲਈ ਯੂਜ਼ ਕਰੇ ਵਰਡ ਕਲੀਅਰ ਆ? ਟਾਓ ਸਿੰਬਲ ਕਿਸ ਪਰਪਸ ਲਈ ਯੂਜ਼ ਹੋ ਰਿਹਾ, क्या ਉਹ ਕਲੀਅਰ ਹੈਗਾ? Yes, sir. मैं ना रिकॉर्डिंग ऑफ करके कैमरे करा देने ऑन होनी, मैं तुहानू दस दिता ही सर रिपीट करियो। नाल ही कैमरे ऑन करा लेने आ। जे रिस्पॉन्ड नहीं करूंगे तो मैं पढ़ाना नहीं, मैं तुहानू दस दिता ही। ये लास्ट टाइम मैं तुहानू कहा, इस तो बाद मैं सीधी क्लास ही ऑफ कर देनी है। मतलब जिहड़ा टॉर्क सानू यूनिट ट्विस्ट वास्ते चाहिदा, ठीक है, यानी पर यूनिट एंगल दे लई जिहड़ा टॉर्क आ वो कहता जी डिपेंड करता है कुछ एक टर्म्स दे उत्ते। हुण जे इहदे च टर्म्स लवां ते जी मेरे कोल जिहड़ा एस सच कहंदा जी मॉडुलस ऑफ रिजिडिटी आ। आपां तीन मॉडुलस कीते सीगे, टोटल तीन मॉडुलस कीते आ, यंग मॉडुलस, बल्क मॉडुलस। इन्हां दोनां मॉडुलस दे अंदर साडे कोल एस सच ओहदे लेंथ या वॉल्यूम दी चेंज सीगी। तीजा सी कीता सीगा शेयर मॉडुलस। शेयर मॉडुलस का दूजा नाम असी जिहड़ा वा ओ एस च ओनू किहा सी मॉडुलस ऑफ रिजिडिटी। आ जी जिहड़ा सिंबल सीगा इह च असी ये वर्ड यूज कीता सीगा कि जदों इहनू मैं टर्न दिंदा पिया इहदा मतलब मैं इहदी सरफेस दे अलोंग फोर्स लगा रिहा, इहदा मतलब मैं इहदे ते टेंजेंशियल फोर्स एक्सर्ट कीती है। ते जदों मैं टेंजेंशियल फोर्स यानी टेंजेंशियल स्ट्रेस लगावांगा ओहदे करके जिहड़ी स्ट्रेन आंदी आ ओनू आपां शेयर स्ट्रेन किहा सी। ठीक है, यानी बॉडी अपनी पोजीशन तो कुछ इस वे ना मैं दी एग्जांपल कोड कीती सी कि आ सरफेस ते जदों फोर्स लगाऊंगा ते ए अपनी पोजीशन तो थीटा एंगल डिस्प्लेस हो गई। ठीक है, इसे वे ना ਆਪਾਂ डिफाइन करते पे कि जदों बॉडी ਨੂੰ मैं रोटेट कीता ते इस मूवमेंट ते ओदे ते जेड़ा मटीरियल दा मॉडुलस होएगा है ना ਉਹ ना लेंथ करके आया क्योंकि रोटेट करन ना, ठीक है जी, इस चीज ਨੂੰ रोटेट करन ना ਤਾਂ ਇਹਦੀ लेंथ ਵਿੱਚ चेंज आ ना ਇਹਦੇ ਕਹਿੰਦਾ ਜੀ ਵੋਲੀਅਮ ਚ ਚੇਂਜ ਆ। ਠੀਕ ਹੈ, ਇਹ ਚ ਜਿਹੜੀ ਐਸ ਸੱਚ ਉਹਦੀ ਫੇਸ ਦੀ ਡਿਸਪਲੇਸਮੈਂਟ ਕਰਾਣੇ ਪਏ, ਇਸ ਲਈ ਜਿਹੜਾ ਇਹ ਚ ਟਾਰਕ ਜਿਹੜਾ ਮੋਡੂਲਸ ਇਨਵੋਲਵਡ ਹੋਏਗਾ ਉਹ ਮੇਰੇ ਕੋਲ ਮੋਡੂਲਸ ਆਫ ਰਿਜਿਡਿਟੀ ਆ, यानी जी मेरे को मॉडुलस ऑफ रिजिडिटी नु कॉरेस्पॉन्ड करेगा। क्या टर्म क्लियर है? Yes, sir. Yes sir. Yes, sir. Yes sir. Yes, sir. सॉरी एक ते मैं आ टर्म ईटा नहीं आने टू से न्यूमेरिकली वो वैल्यू गलत लिख लिया। आर मेरे को जेड़ा वा ये रेडियस ऑफ द शाफ्ट आ, जे मेरे को सॉलिड शाफ्ट आ तो दा सिंगल रेडियस ही होना। मतलब जे आ चौक मेरे को कहंदा जी ऐसा सॉलिड मटेरियल आ ते इहदे एज इहदे सेंटर तो इहदे एज तक सिंगल रेडियस आ। ठीक है जी, पर जे मेरे को एस सच एदी थां ते हॉलो शाफ्ट हुई, जे मेरे को एस सच एदी थां ते हॉलो शाफ्ट हुई ते हॉलो शाफ्ट दे लई मेरे को दो रेडियस इन्वॉल्वड होने। एक मेरे को इहदा इनर रेडियस होएगा, एक मेरे को इहदा इनर रेडियस होएगा ते एक मेरे को इहदा आउटर रेडियस। इसलिए जे एस सच हॉलो शाफ्ट वास्ते असि टर्निंग इफेक्ट दा टॉर्क डिफाइन करना और हॉलो शाफ्ट ये हॉलो शाफ्ट वास्ते तुसी इनो डिफाइन करना ते टाउ डैश दा फार्मूला लिख लिया पाई इनटू जी इनटू ओ जे इनर r1 ते आउटर r2 दो रेडियस इन्वॉल्वड आ। इसलिए जे ओदी फॉर्म च इनो लिखना होवे ते ਆਪਾਂ टाउ डैश दा फार्मूला लिख लांगे पाई जी इनटू r2 पावर 4 माइनस r1 पावर 4 ओवर 2l। लेंथ ऑफ द सॉलिड शाफ्ट ते लेंथ ऑफ द हॉलो शाफ्ट सेम आ। नेचर ऑफ मटीरियल जेड़ा मॉडुलस ऑफ रिजिडिटी ने डिसाइड करना वो दोनों च सेम आ। सिर्फ और सिर्फ फर्क इस चीज दा कि हॉलो शाफ्ट दे अंदर जेड़ा मटीरियल है वो रिम ते कॉन्सनट्रेट करू, यानी जे मैं आ लेके चला हॉलो आ ते जेड़ा मेरे को इहदा इस थां तक दा इनर रेडियस आएगा, आ ओदा इनर रेडियस ते आ ओदा आउटर रेडियस होएगा। मटीरियल सारे दा सारा आ रिम दे विच डिस्ट्रीब्यूटेड आ। ठीक है, इसलिए इन्हां दोनों दी लेंथ सेम आ, दोनों दा मटीरियल सेम आ, सिर्फ और सिर्फ उन्हां दे रेडियस जेडे ने वो सॉलिड दा आर ते हॉलो शाफ्ट ते इनर ते आउटर रेडियस ने। क्या इन्नी गल क्लियर आ? Yes, sir. Yes, Yes, sir. sir. Yes, sir. Yes, sir. जे इनु आपां अगर कंपेयर कराना कि केड़ा टॉर्क मेरे कोल ज्यादा जेदा टर्निंग इफेक्ट पर यूनिट ट्विस्ट ज्यादा आएगा, ए मतलब ओही चीज नु रोटेट करना औखा होएगा। इसलिए जदों दोनों नु कंपैरेटिव करना ते डिवाइड करा लो
डिवाइड 2 by 1 ਤੇ ਆਪਣੇ ਕੋ ਟਰਮ ਆ ਜਾਏਗੀ therefore tau dash by tau equal to ਕਾਮਨ ਟਰਮ ਪਹਿਲੇ ਛੱਡਦਾ ਪਿਆ ਠੀਕ ਹੈ ਜੀ ਕਾਮਨ ਟਰਮ ਪਹਿਲੇ ਛੱਡ ਲਓ ਠੀਕ ਹੈ ਪਾਈ g by 2l ਆਪਾਂ ਰੇਸ਼ੋ ਚ ਕੱਟਿਆ ਜਾਣਾ ਠੀਕ ਹੈ ਤੇ ਐਸ ਸੱਚ ਇਹਦੀ ਰੇਸ਼ੋ ਲਿਖਾਂ ਤਾਂ ਮੇਰੇ ਕੋਲ ਆ ਜਾਏਗੀ r ਪਾਵਰ 4 over sorry r2 ਪਾਵਰ 4 minus r1 ਪਾਵਰ 4 over ਆ ਜਾਏਗਾ ਸਾਡੇ ਕੋਲ ਜਿਹੜਾ ਜੀ r ਪਾਵਰ 4 ਇਹਨਾਂ ਕਲੀਅਰ ਆ Yes, sir. Yes, sir. ਤੇ ਇਹਨੂੰ ਅਸੀਂ r2 ਸਕੁਅਰ ਦਾ ਹੋਲ ਸਕੁਅਰ minus r1 ਸਕੁਅਰ ਦਾ ਸਕੁਅਰ over ਇਹਨੂੰ r ਸਕੁਅਰ into r ਸਕੁਅਰ ਇਹ ਕਿਸੇ ਗੱਲ ਕਰਕੇ ਥੱਲੇ ਵੀ ਨਾਲ ਸਪਲਿਟ ਕਰ ਲਿਆ ਹੁਣ ਆਪਾਂ ਇਹਨੂੰ ਜਦੋਂ ਕੰਪੈਰੀਟਿਵ ਕਰਨਾ ਕਿ ਟਾਊ ਡੈਸ਼ ਗ੍ਰੇਟਰ ਹੈ ਕਿ ਟਾਊ ਗ੍ਰੇਟਰ ਹੈ ਉਹਦੇ ਵਾਸਤੇ ਇੱਥੇ ਜੇ ਮੈਂ ਐਸਐਚ ਲੈ ਕੇ ਚੱਲਾਂ ਤੇ ਆਪਾਂ ਇੱਕ ਕੰਡੀਸ਼ਨ ਲਗਾਉਣ ਲੱਗੇ ਆਪਾਂ ਕੁਐਸਚਨ 'ਚ ਇੱਕ ਵਰਡ ਯੂਜ਼ ਕੀਤਾ ਕਿ ਵੀ ਬੋਥ ਸ਼ੁੱਡ ਬੀ ਮੇਡ ਅਪ ਆਫ ਸੇਮ ਇਕੁਅਲ ਮਟੀਰੀਅਲ ਮਤਲਬ ਜਿਹੜਾ ਮਾਸ ਯੂਜ਼ ਹੋਇਆ ਵਾ ਉਹ ਦੋਨੇ ਪਾਸੇ ਸੇਮ ਆ ਠੀਕ ਹੈ ਤੇ ਹੁਣ ਜਦੋਂ ਐਸਐਚ ਅਸੀਂ ਲੈ ਕੇ ਚੱਲੀਏ ਅਸੀਂ ਕਹਿੰਦੇ ਜੀ ਇਹਨਾਂ ਦੇ ਹੋਲੋ ਤੇ ਸੋਲਿਡ ਸ਼ਾਫਟ ਦੇ ਠੀਕ ਹੈ ਮੇਰੇ ਕੋਲ ਵੋਲੀਅਮ ਇਹਦਾ ਮਤਲਬ ਦੋਨਾਂ ਦਾ ਸੇਮ ਆ ਇੱਕ ਦੇ ਵਿੱਚ ਮਾਸ ਡਿਸਟ੍ਰੀਬਿਊਟਡ ਆ ਇੱਕ ਦੇ ਵਿੱਚ ਮਾਸ ਕਨਸੈਂਟਰੇਟਡ ਆ ਸਿਰਫ ਇਸ ਫਰਕ ਤੋਂ ਇਲਾਵਾ ਦੋਨਾਂ 'ਚ ਸਾਰੀ ਚੀਜ਼ਾਂ ਕਾਮਨ ਨੇ ਉਹਦੇ ਵਾਸਤੇ ਆਪਾਂ ਡਿਫਾਈਨ ਕਰਦੇ ਹਾਂ ਐਜ਼ volume remains same as volume remains same ठीक है therefore अपने को ਜਿਹੜੀ ਕੰਡੀਸ਼ਨ ਆ ਜਾਏਗੀ ਇੱਥੇ ਠੀਕ ਹੈ ਸਿਲੈਂਡਰੀਕਲ ਆਪਾਂ ਰੋਡ ਲੈਣੇ ਪਏ ਤਾਂ ਸਿਲੈਂਡਰ ਦਾ ਵੋਲਿਊਮ ਕੀ ਹੁੰਦਾ ਜੀ ਸਿਲੈਂਡਰ ਦਾ ਵੋਲਿਊਮ ਪਾਈ ਆਰ ਸਕੁਅਰ ਐਲ ਇਹਦਾ ਮਤਲਬ ਆਪਣੇ ਕੋਲ ਕੰਡੀਸ਼ਨ ਆ ਜਾਏਗੀ ਸੋਲਿਡ ਸ਼ਾਫਟ ਲਈ ਪਾਈ ਆਰ ਸਕੁਅਰ ਐਲ ਔਰ ਹੋਲੋ ਸ਼ਾਫਟ ਲਈ ਪਾਈ ਇਨਟੂ r2 ਸਕੁਅਰ ਮਾਈਨਸ r1 ਸਕੁਅਰ ਇਨਟੂ l ਇਹ ਦਿਮਾਗ 'ਚ ਰੱਖਿਓ r2 ਮਾਈਨਸ r1 ਦਾ ਹੋਲ ਸਕੁਅਰ ਨਹੀਂ ਕਰ ਲੈਣਾ ਠੀਕ ਹੈ ਇਹ ਮੈਂਸੂਰੇਸ਼ਨ 'ਚ ਫਾਰਮੂਲੇ ਪੜ੍ਹੇ ਹੋਏ ਲੋਅਰ ਕਲਾਸਿਸ ਹੋਲੋ ਵਾਸਤੇ ਪਾਈ ਇਨਟੂ r2 ਸਕੁਅਰ ਮਾਈਨਸ r1 ਸਕੁਅਰ ਇਨਟੂ l ਆ ਗਿਆ ਹੁਣ ਜੇ ਇਹ ਤੋਂ ਕੰਪੈਰੀਟਿਵ ਆਪਾਂ ਕਰਾਈਏ ਤੇ देयरफॉर ਸਾਡੇ ਕੋਲ ਇਥੋਂ r ਸਕੁਅਰ ਦੀ ਵੈਲਿਊ ਕਿਉਂਕਿ ਪਾਈ l ਕੈਨਸਲ ਹੋ ਜਾਣਾ r ਸਕੁਅਰ ਦੀ ਵੈਲਿਊ r2 ਸਕੁਅਰ ਮਾਈਨਸ r1 ਸਕੁਅਰ ਆ ਜਾਊ ਪਰ ਇਸ ਵੈਲਿਊ ਨੂੰ ਆਪਾਂ ਇੱਥੇ ਸਬਸਟੀਟਿਊਟ ਕਰ ਲਈਏ ਤੇ देयरफॉर ਸਾਡੇ ਕੋਲ ਜਿਹੜੀ ਵੈਲਿਊ ਬਣਦੀ ਪਈ ਟਾਊ ਡੈਸ਼ ਬਾਈ ਟਾਊ ਦੀ ਠੀਕ ਹੈ ਐਸ ਸੱਚ ਇੱਥੇ ਇਹਦੀ ਵੈਲਿਊ ਪੁੱਟ ਅਪ ਕਰ ਦੋ ਤੇ ਆਪਣੇ ਕੋਲ ਆ ਗਿਆ r2 ਸਕੁਅਰ ਮਾਈਨਸ r1 ਸਕੁਅਰ into r2 ਸਕੁਅਰ plus r1 ਸਕੁਅਰ ऊपर ते a स्क्वायर माइनस b स्क्वायर ਦਾ ਫਾਰਮੂਲਾ ਓਪਨ ਕਰ ਲਓ ਨਾਲ ਹੀ ਤੇ ਨੀਚੇ r ਸਕੁਅਰ ਦੀ ਥਾਂ ਤੇ ਐਸਐਚ ਜਿਹੜੀ ਵੈਲਿਊ ਆਈ ਆ ਉਹ ਪੁੱਟ ਅਪ ਕਰ ਲਓ r2 ਸਕੁਅਰ ਮਾਈਨਸ r1 ਸਕੁਅਰ ਦਾ ਹੋਲ ਸਕੁਅਰ ਕਲੀਅਰ ਹੈ ਜੀ Yes, sir. Yes. r ਸਕੁਅਰ ਇਨਟੂ r ਸਕੁਅਰ ਆ r ਸਕੁਅਰ ਦੀ ਵੈਲਿਊ ਭਰ ਕੇ ਉਹਦਾ ਹੋਲ ਸਕੁਅਰ ਕਰ ਲਿਆ ਹੁਣ ਇਹਦੇ ਵਿੱਚੋਂ ਇੱਕ ਟਰਮ ਆ ਮੇਰੀ ਕੈਨਸਲ ਹੋ ਜਾਣੀ ਅਲਟੀਮੇਟ ਜਿਹੜੀ ਟਰਮ ਸਾਡੇ ਕੋਲ ਬਚਦੀ ਉਹ ਟਰਮ ਆ ਜਾਣੀ r2 ਸਕੁਅਰ plus r1 square over r2 square minus r1 square ऊपर ਉਹੀ ਦੋ ਟਰਮਸ ਦੀ ਮੇਰੇ ਕੋਲ ਐਡੀਸ਼ਨ ਤੋਂ ਟਰਮ ਬਣਦੀ ਨੀਚੇ ਉਹੀ ਦੋ ਟਰਮ ਦਾ ਮੇਰੇ ਕੋਲ ਕਹਿੰਦਾ ਜੀ ਐਸ ਐਚ ਡਿਫਰੈਂਸ ਤੋਂ ਟਰਮ ਬਣਦੀ ਨਿਊਮੀਨੇਟਰ ਇਹਦਾ ਮਤਲਬ ਡਿਨੋਮੀਨੇਟਰ ਤੋਂ ਗ੍ਰੇਟਰ ਹੋ ਜੂ Yes, sir. ਠੀਕ ਹੈ ਜੀ ਕਿਉਂਕਿ ਉੱਪਰ ਉਹੀ ਦੋ ਟਰਮ ਐਡ ਕੀਤੀ ਉਹ ਵੱਡੀ ਟਰਮ ਹੋ ਜਾਣੀ ਨੀਚੇ ਡਿਫਰੈਂਸ ਹੈ ਟਰਮ ਛੋਟੀ ਹੋ ਜਾਣੀ this difference should be कहना जी this ratio should be greater than 1 ਤੇ ਜੇ ratio greater than 1 ਆ ਤੇ ਇਹਦਾ ਮਤਲਬ ਜਿਹੜਾ ਟਰਨਿੰਗ ਇਫੈਕਟ ਮੈਨੂੰ ਹੋਲੋ ਸ਼ਾਫਟ ਲਈ ਚਾਹੀਦਾ ਉਹ ਸੋਲਿਡ ਸ਼ਾਫਟ ਦੇ ਟਰਨਿੰਗ ਇਫੈਕਟ ਤੋਂ ਜ਼ਿਆਦਾ ਆਊਗਾ ਕਲੀਅਰ ਆ रिपीट करिए सर ਉੱਤੇ ਜੇ ਆ ਉੱਪਰ ਨਿਊਮੀਨੇਟਰ ਡਿਨੋਮੀਨੇਟਰ ਤੋਂ ਗ੍ਰੇਟਰ ਹੋ ਗਿਆ ਤੇ ਇਹਦਾ ਮਤਲਬ ਹੋ ਗਿਆ ਕਿ ਇਹਨੂੰ ਡਿਵਾਈਡ ਕਰਕੇ ਚੱਲਾਂ ਜੇ ਇਹ 6/5 ਬਣ ਗਿਆ ਤੇ ਟਰਮ 1 ਤੋਂ ਗ੍ਰੇਟਰ ਹੀ ਬਣੂ ਹਾਂਜੀ ਸਰ ਤੇ ਜੇ ਇਹ ਟਰਮ 1 ਤੋਂ ਗ੍ਰੇਟਰ ਬਣਦੀ ਪਈ ਤੇ ਇਹ ਰੇਸ਼ੋ ਜਿਹੜੀ ਟਾਊ ਡੈਸ਼ ਬਾਈ ਟਾਊ ਦੇ ਇਕੁਅਲ ਆ ਤੇ ਇਹਦਾ ਮਤਲਬ ਇਹ ਵੀ ਰੇਸ਼ੋ ਗ੍ਰੇਟਰ ਦੈਨ 1 ਆਏਗੀ Yes, sir. ਤੇ ਜੇ ਇਹ ਟਰਮ ਮੇਰੀ ਗ੍ਰੇਟਰ ਦੈਨ 1 ਵਾ ਤੇ ਗ੍ਰੇਟਰ ਦੈਨ 1 ਦਾ ਮਤਲਬ ਇਹੀ ਹੋਇਆ ਕਿ ਟਾਊ ਡੈਸ਼ ਟਾਊ ਤੋਂ ਗ੍ਰੇਟਰ ਹੋਊਗਾ Yes. therefore ਸਾਡੇ ਕੋਲ ਕੰਡੀਸ਼ਨ ਕੀ ਆ ਗਈ ਕਿ ਟਾਊ ਡੈਸ਼ ਸ਼ੁੱਡ ਬੀ ਗ੍ਰੇਟਰ ਦੈਨ ਟਾਊ ਤੇ ਟਾਊ ਡੈਸ਼ ਅਸੀਂ ਕਿਹਾ ਸੀ ਜੀ ਟਾਰਕ ਉਹ ਰਿਕੁਆਇਰਡ ਆ ਜਿਹੜਾ ਹੋਲੋ ਸ਼ਾਫਟ ਲਈ ਚਾਹੀਦਾ ਔਰ ਟਾਊ ਮੇਰੇ ਕੋਲ ਟਾਰਕ ਉਹ ਰਿਕੁਆਇਰਡ ਆ ਜਿਹੜਾ ਸੋਲਿਡ ਸ਼ਾਫਟ ਲਈ ਚਾਹੀਦਾ
ਇਹਦੇ ਕੋਲ hollow shaft ਨੂੰ ਜੇ twist ਦੇਣਾ ਵਾ ਤੇ we require more torque as compared to that of the ਕਹਿੰਦਾ ਜੀ twist required for the solid shaft। ਇਸ ਕਰਕੇ ਅਸੀਂ ਕਹਿੰਦੇ ਕਿ ਜਿਹੜੇ ਇਲੈਕਟ੍ਰਿਕ ਪੋਲ ਬਣਾਏ ਜਾਂਦੇ ਆ, ਠੀਕ ਹੈ, ਉਹ ਅੰਦਰੋਂ hollow ਰੱਖਦੇ ਆ ਤਾਂ ਕਿ ਜੇਕਰ ਕਿਤੇ ਬਹੁਤ ਜ਼ਿਆਦਾ ਵਿੰਡ ਇਫੈਕਟ ਆਵੇ, ਠੀਕ ਹੈ, ਵਿੰਡ ਨੂੰ ਬਹੁਤ ਜ਼ਿਆਦਾ ਕਹਿੰਦਾ ਜੀ ਹਨੇਰੀਆਂ ਦੇ ਵਿੱਚ ਹਨੇਰੀ ਬਹੁਤ ਸਪੀਡ ਨਾਲ ਚੱਲਦੀ ਹੋਵੇ ਤੇ ਉਹ ਉਹਦੇ ਤੇ ਆਪਣਾ ਜਿਹੜਾ ਟੈਂਜੈਂਸ਼ੀਅਲ ਫੋਰਸ ਲਗਾ ਰਹੀ ਆ, ਉਸ ਟੈਂਜੈਂਸ਼ੀਅਲ ਫੋਰਸ ਦੇ ਇਫੈਕਟ ਦੇ ਅੰਦਰ ਉਹ ਬਾਡੀ ਮੇਰੀ ਜਿਹੜੀ ਆ ਉਹ ਮੁੜ ਨਾ ਜਾਵੇ, ਠੀਕ ਹੈ ਜੀ, ਉਹ ਘੁੰਮ ਨਾ ਜਾਵੇ, ਮੇਰੇ ਕੋਲ ਜਿਹੜਾ ਬੀਂਗਾ ਨਾ ਹੋ ਜਾਵੇ। ਉਸ ਚੀਜ਼ ਵਾਸਤੇ ਫਿਰ ਅਸੀਂ ਕਹਿੰਦੇ hollow shaft ਜਿਹੜੀ ਆ ਜਾਂ hollow electric pole ਜਿਹੜੇ ਨੇ they are more stronger as compared to that of the ਕਹਿੰਦਾ ਜੀ solid ਕਹਿੰਦਾ ਜੀ pole। ਇਸ ਲਈ ਅਸੀਂ ਜਿਹੜੇ ਇਲੈਕਟ੍ਰਿਕ ਪੋਲਸ ਨੇ ਉਹ ਅਸੀਂ ਕਹਿੰਦੇ ਜੀ ਅੰਦਰੋਂ ਅਸੀਂ hollow ਡਿਵੈਲਪ ਕਰਦੇ ਆ। ਕੀ ਆ ਟੌਪਿਕ ਕਲੀਅਰ ਆ? Yes, sir. Yes, sir. Yes, sir. ਚਲੋ ਤੁਹਾਡਾ ਲਾਸਟ ਟੌਪਿਕ ਸੀਗਾ ਇਸ ਚੈਪਟਰ ਦਾ ਆਪਣਾ, ਠੀਕ ਹੈ ਜੀ। ਇਸ ਤੋਂ ਬਾਅਦ ਇਹਦੇ ਨੂਮੈਰੀਕਲ ਸ਼ੁਰੂ ਕਰਦੇ ਆ, ਫਿਰ ਆਪਾਂ ਇਹਦੇ ਜਿਹੜੇ ਨੂਮੈਰੀਕਲ ਆ ਉਹ ਸ਼ੁਰੂ ਕਰਨੇ ਆ, ਠੀਕ ਹੈ। ਇੱਕ ਵਾਰੀ ਫਾਰਮੂਲੇ ਦੇ ਰਿਕਾਲ ਕਰਾ ਰਿਹਾ, ਜਲਦੀ ਜਲਦੀ ਉਹਨਾਂ ਨੂੰ ਫਾਰਮੂਲੇ ਨੂੰ ਰਿਕਾਲ ਕਰਿਓ। ਆਪਾਂ ਜਿੱਥੋਂ ਚੈਪਟਰ ਸ਼ੁਰੂ ਕੀਤਾ ਸੀਗਾ, ਠੀਕ ਹੈ, ਇੱਕ ਟੌਪਿਕ ਨੋਟ ਕਰੋ ਜਿਹੜਾ ਤੁਹਾਨੂੰ ਪੜ੍ਹਨ ਨੂੰ ਦੇਣ ਲੱਗਿਆ। ਨਿੱਕਾ ਜਿਹਾ ਇੱਕ ਟੌਪਿਕ ਹੋਰ ਹੈਗਾ ਵਾ, ਬੋਲਾ। Yes, sir. ਔਰ ਕੱਲ ਵਾਲੀ ਕਲਾਸ ਦੇ ਵਿੱਚ ਮੈਂ ਪੁੱਛੂੰਗਾ ਜ਼ਰੂਰ ਉਸ ਟੌਪਿਕ ਦਾ ਕੁਝ, ਕੋਈ ਫਾਰਮੂਲਾ ਵਾ ਜਿਹੜਾ ਤੁਹਾਡੇ ਤੋਂ ਪੁੱਛੂੰਗਾ ਜ਼ਰੂਰ। ਟੌਪਿਕ ਲਿਖ ਲਓ ਥਰਮਲ ਸਟ੍ਰੈਸ। ਥਰਮਲ ਸਟ੍ਰੈਸ ਜਦੋਂ ਕਿਸੇ ਰੋਡ ਨੂੰ ਦੋ ਐਂਡ ਦੇ ਵਿੱਚ ਬੰਨ ਦਿੱਤਾ ਜਾਵੇ, ਦੋ ਦੀਵਾਰਾਂ ਤੇ ਇੱਕ ਰੋਡ ਬੰਨ੍ਹਦੀ ਏ, ਠੀਕ ਹੈ, ਤੇ ਮੁੜ ਕੇ ਉਹਨੂੰ ਮੈਂ ਹੀਟ ਕਰਾਂ, ਠੀਕ ਹੈ, ਤੇ ਉਦੋਂ ਜਿਹੜੀ ਉਸ ਰੋਡ ਦੇ ਵਿੱਚ ਸਟ੍ਰੈਸ ਆਂਦੀ ਆ ਉਹਨੂੰ ਥਰਮਲ ਸਟ੍ਰੈਸ ਕਹਿੰਦੇ ਆ। ਉਹ ਚ ਫਾਰਮੂਲਾ ਉਹਨੇ ਕਿੱਥੋਂ ਬਣਾਇਆ ਉਹ ਤੁਸੀਂ ਮੈਨੂੰ ਦੱਸਣਾ ਜ਼ਰਾ, ਠੀਕ ਹੈ ਜੀ। ਚਲੋ ਇਹਦੇ ਅੰਦਰ ਸ਼ੁਰੂ ਕਰ ਰਹੇ ਹਾਂ ਨੂਮੈਰੀਕਲ ਦੇ ਅੰਦਰ। ਜਦੋਂ ਸ਼ੁਰੂ ਕਰਾਂਗੇ ਆਪਾਂ ਐਸਾ ਚ ਸਭ ਤੋਂ ਪਹਿਲਾਂ ਟਰਮ ਪੜ੍ਹੀ ਇਹਦੇ ਅੰਦਰ। ਫਸਟ ਟਰਮ ਆਪਣੇ ਕੋਲ ਸੀਗੀ ਸਟ੍ਰੈਸ, ਠੀਕ ਹੈ ਜੀ। ਸਟ੍ਰੈਸ ਆਪਣੇ ਕੋਲ ਆਪਾਂ ਡਿਫਾਈਨ ਕੀਤੀ ਸੀਗੀ ਫੋਰਸ ਬਾਈ ਏਰੀਆ, ਔਰ ਨਾਲ ਹੀ ਆਪਾਂ ਵਰਡ ਲਿੱਤੇ ਸੀ ਸਟ੍ਰੈਸ ਆਪਣੇ ਕੋਲ ਜਿਹੜੀ ਮਰਜ਼ੀ ਟਾਈਪ ਦੀ ਹੋਵੇ। ਆਪਣੇ ਕੋਲ ਨਾਰਮਲ ਸਟ੍ਰੈਸ ਆ ਜੇ, ਜਾਂ ਆਪਣੇ ਕੋਲ ਟੈਂਜੈਂਸ਼ੀਅਲ ਆ ਜੇ, ਜਾਂ ਆਪਣੇ ਕੋਲ ਵਰਡ ਟੈਂਸਾਈਲ ਸਟ੍ਰੈਸ ਲਿਖਿਆ ਹੋਵੇ, ਜਾਂ ਕੰਪਰੈਸਿਵ ਸਟ੍ਰੈਸ ਲਿਖਿਆ ਹੋਵੇ, ਜਾਂ ਲੌਂਗੀਟਿਊਡਨਲ ਸਟ੍ਰੈਸ ਲਿਖਿਆ ਹੋਵੇ, ਠੀਕ ਹੈ, ਟੈਂਜੈਂਸ਼ੀਅਲ, ਜਿਹੜਾ ਮਰਜ਼ੀ ਵਰਡ ਹੋਵੇ, ਸਟ੍ਰੈਸ ਹੋਵੇ, ਤੇ ਸਟ੍ਰੈਸ ਦਾ ਜਨਰਲ ਫਾਰਮੂਲਾ ਫੋਰਸ ਬਾਈ ਏਰੀਆ ਹੀ ਰਹੇਗਾ, ਠੀਕ ਹੈ। ਫਾਰਮੂਲਾ ਉਹਨਾਂ ਸਾਰਿਆਂ ਲਈ ਕਾਮਨ ਹੀ ਆਣਾ। ਸਟ੍ਰੈਸ ਦੀ ਨੇਚਰ ਚੇਂਜ ਹੋ ਸਕਦੀ, ਫੋਰਸ ਪਰਪੈਂਡੀਕੂਲਰ ਟੂ ਦਾ ਸਰਫੇਸ ਆ ਜਾਂ ਫੋਰਸ ਅਲੋਂਗ ਦਾ ਸਰਫੇਸ ਅਪਲਾਈ ਕਰ ਰਹੇ ਆ, डायरेक्शन चेंज है बट फॉर्मूला सारे लिए सेम होएगा। स्ट्रेस दे करके ਅਸੀਂ ਕਿਹਾ ਸੀ ਬਾਡੀ ਦੇ ਅੰਦਰ ਜੇ ਲੌਂਗੀਟਿਊਡਨਲ ਸਟ੍ਰੇਨ ਆਈ ਹੈ, ਜੇ ਬਾਡੀ ਦੇ ਅੰਦਰ ਲੌਂਗੀਟਿਊਡਨਲ ਸਟ੍ਰੇਨ ਆਈ ਹੈ, ਉਹਨੂੰ ਅਸੀਂ ਡਿਫਾਈਨ ਕੀਤਾ ਸੀ ਡੈਲਟਾ L ਬਾਈ L, ਚੇਂਜ ਇਨ ਲੈਂਥ ਬਾਈ ओरिजिनल ਲੈਂਥ। ਜੇ ਉਹਦੇ ਅੰਦਰ ਵੋਲਿਊਮੈਟ੍ਰਿਕ ਸਟ੍ਰੇਨ ਆਈ ਆ, ਉਹਨੂੰ ਅਸੀਂ ਡਿਫਾਈਨ ਕੀਤਾ ਸੀ ਚੇਂਜ ਇਨ ਵੋਲਿਊਮ ਬਾਈ ओरिजिनल ਵੋਲਿਊਮ, ठीक है। और जे मेरे को SHO ਦੇ ਅੰਦਰ shear strain ਆਈ ਆ, shear strain ਅਸੀਂ ਥੀਟਾ ਨਾਲ ਡਿਫਾਈਨ ਕੀਤੀ ਸੀਗੀ, and that is the ratio of ਜਿੰਨਾ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਇਆ ਪਰ ਯੂਨਿਟ origignal ਕਹਿੰਦਾ ਜੀ distance between the two faces। ਆ ਟਰਮ ਦੁਬਾਰਾ ਦੱਸਦਾ ਪਿਆ। ਆਪਾਂ ਇਹ ਕਿਹਾ ਸੀਗਾ ਕਿ ਜੇ ਮੈਂ ਇਹਦੇ ਆ ਲੋਅਰ ਫੇਸ ਨੂੰ ਫਿਕਸ ਕਰ ਲਵਾਂ ਤੇ ਆ ਇਹਦੇ ਟੌਪ ਫੇਸ ਦੇ ਉੱਤੇ ਮੈਂ ਫੋਰਸ ਲਗਾਵਾਂ ਅਲੋਂਗ ਦਾ ਸਰਫੇਸ, ਆ ਟੌਪ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋ ਗਿਆ। ਜਦੋਂ ਟੌਪ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਇਆ, ਇਸ ਥਾਂ ਤੇ ਥੀਟਾ ਬਣਿਆ, ਜਿਹੜਾ ਕਿ ਆ ਡੈਲਟਾ L ਤੇ ਆ ਪਰਪੈਂਡੀਕੂਲਰ ਡਿਸਟੈਂਸ ਜਿਹੜਾ ਮੇਰੇ ਕੋਲ ਹੋਏਗਾ ਦੋ ਫੇਸਿਸ ਦੇ ਇਨ ਬਿਟਵੀਨ, ਇਹਦੀ ਰੇਸ਼ੋ ਦੇ ਬਰਾਬਰ ਆ। ਯਾਨੀ ਇੱਥੇ ਥੀਟਾ ਡੈਲਟਾ L ਬਾਈ L ਦੀ ਫਾਰਮ ਚ ਅਸੀਂ ਲਿਖਦੇ ਪਏ ਸੀ। ਕੀ ਆ ਫਾਰਮੂਲਾ ਕਲੀਅਰ ਆ? Yes, sir. ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਆਏ ਸੀਗੇ ਤਿੰਨ ਮੋਡੂਲਸ ਦੇ ਫਾਰਮੂਲੇ। ਪਹਿਲਾ ਸੀਗਾ ਯੰਗ ਮੋਡੂਲਸ, ਉਹਨੂੰ ਸੀਗਾ ਸੀ ਨਾਰਮਲ ਸਟ੍ਰੈਸ ਓਵਰ ਲੌਂਗੀਟਿਊਡਨਲ ਸਟ੍ਰੇਨ, ਠੀਕ ਹੈ। ਫਾਰਮੂਲਾ ਬਣ ਗਿਆ ਸੀ ਆਪਣੇ ਕੋਲ ਫੋਰਸ ਬਾਈ ਲੈਂਥ ਇਨਟੂ ਡੈਲਟਾ L ਬਾਈ L, ਠੀਕ ਹੈ ਜੀ। ਔਰ ਏਰੀਆ ਦੀ ਥਾਂ ਤੇ ਸਬਸਟੀਟਿਊਟ ਕਰਨਾ ਹੋਵੇ ਤੇ ਕ੍ਰਾਸ ਸੈਕਸ਼ਨਲ ਏਰੀਆ ਪਾਈ ਆਰ ਸਕੁਅਰ ਅੱਗੇ ਹੋਰ ਪੁੱਟ ਅਪ ਹੋ ਸਕਦਾ ਹੁੰਦਾ। ਤੇ ਜੇ ਬਲਕ ਮੋਡੂਲਸ ਲਵਾਂ, बल्क मॉडुलस सीगा नॉर्मल स्ट्रेस ओवर वॉल्यूमेट्रिक स्ट्रेन, ठीक है। और वो सीगा मेरे को फोर्स बाय एरिया, स्ट्रेस भी आ गया, वॉल्यूमेट्रिक स्ट्रेन डेल्टा V बाय V सीगा। ਤੇ ਦੂਜੇ ਪਾਸੇ ਅਸੀਂ ਕਿਹਾ ਸੀਗਾ ਕਿ ਵੀ ਐਸ ਸੱਚ ਜਦੋਂ ਵੋਲਿਊਮ ਦੀ ਚੇਂਜ ਆਂਦੀ ਤਾਂ ਅਸੀਂ ਪ੍ਰੈਸ਼ਰ ਦੀ ਫਾਰਮ ਵੀ ਨਾਲ ਲਿਖ ਦਿੰਨੇ, ਤੇ ਆ ਫੋਰਸ ਬਾਈ ਏਰੀਆ ਦੀ ਥਾਂ ਤੇ
ਅਸੀਂ ਇਹਨੂੰ ਮਾਈਨਸ ਪੀਵੀ ਓਵਰ ਡੈਲਟਾ ਵੀ ਨਾਲ ਵੀ ਲਿਖਦੇ। ਡੈਲਟਾ ਵੀ ਮੇਰਾ ਚੇਂਜ ਇਨ ਵੋਲੀਅਮ ਆ ਔਰ v ਮੇਰੇ ਕੋਲ ਜਿਹੜਾ ਉਸ ਇਨਸਟੈਂਟ ਤੇ ਵੋਲੀਅਮ ਆ ਤੇ p ਪ੍ਰੈਸ਼ਰ ਆ। ਪ੍ਰੈਸ਼ਰ ਤੇ ਵੋਲੀਅਮ ਇੱਕ ਦੂਜੇ ਨਾਲ ਰੈਸੀਪ੍ਰੋਕਲ ਵੇਰੀ ਕਰਦੇ ਆ, ਇਸ ਕਰਕੇ ਅਸੀਂ ਮਾਈਨਸ ਸਾਈਨ ਇਹਦੇ ਅੰਦਰ ਨਾਲ ਲੈ ਕੇ ਚੱਲਦੇ ਪਏ। ਕਿ ਇਹਨਾਂ ਕਲੀਅਰ ਆ? Yes, sir. Yes, sir. ਇਸ ਤੋਂ ਬਾਅਦ ਆਪਣੇ ਕੋਲ ਨੈਕਸਟ ਜਿਹੜਾ ਸੀਗਾ ਉਹ ਆਪਾਂ ਡਿਫਾਈਨ ਕੀਤਾ ਸੀਗਾ ਸ਼ੀਅਰ ਮੋਡੂਲਸ ਜਾਂ ਮੋਡੂਲਸ ਆਫ ਰਿਜਿਡਿਟੀ, ਔਰ ਉਹ ਸੀਗਾ ਜੀ ਮੇਰੇ ਕੋਲ ਐਸਐਚ ਟੈਂਜੈਂਸ਼ੀਅਲ ਸਟ੍ਰੈਸ ਓਵਰ ਸ਼ੀਅਰ ਸਟ੍ਰੇਨ। ਸਟ੍ਰੈਸ ਜਿਹੜੀ ਮਰਜ਼ੀ ਆ ਉਹਨੂੰ ਆਪਾਂ ਹਰ ਵਾਰੀ ਕਹਿੰਦੇ ਉਹਨੂੰ ਆਪਾਂ ਫੋਰਸ ਬਾਈ ਏਰੀਆ ਲਿਖਦੇ ਆ, ਔਰ ਸ਼ੀਅਰ ਸਟ੍ਰੇਨ ਨੂੰ ਅਸੀਂ ਥੀਟਾ ਨਾਲ ਲਿਖ ਦਿੱਤਾ, ਔਰ ਥੀਟਾ ਦੀ ਵੈਲਿਊ ਉੱਪਰ ਆਪਾਂ ਡਿਫਾਈਨ ਕੀਤੀ ਡੈਲਟਾ ਐਲ ਬਾਈ ਐਲ ਹੈਗੀ ਆ। ਕਿ ਆਹ ਫਾਰਮੂਲੇ ਕਲੀਅਰ ਆ? Yes, sir. Yes, sir. ਇੱਕ ਅਸੀਂ ਇਹਦੇ ਨਾਲ ਫਾਰਮੂਲਾ ਬਲਕ ਮੋਡੂਲਸ ਦੇ ਹੋਰ ਵੀ ਕੀਤਾ ਸੀ, ਉਹਨੂੰ ਅਸੀਂ ਨਾਮ ਦਿੱਤਾ ਸੀ ਕੰਪਰੈਸਿਬਿਲਿਟੀ। ਤੇ ਅਸੀਂ ਕਿਹਾ ਸੀ ਕੰਪਰੈਸਿਬਿਲਿਟੀ ਹਮੇਸ਼ਾ ਬਲਕ ਮੋਡੂਲਸ ਦੇ ਰੈਸੀਪ੍ਰੋਕਲ ਹੁੰਦੀ ਆ। ਇਹਦਾ ਮਤਲਬ ਜੇ ਕੰਪਰੈਸਿਬਿਲਿਟੀ ਲਿਖਣੀ ਹੋਵੇ ਉਹਨੂੰ ਅਸੀਂ k ਨਾਲ ਲਿਖਦੇ ਐਂਡ ਦੈਟ ਇਜ਼ ਦਾ ਰੈਸੀਪ੍ਰੋਕਲ ਆਫ ਬਲਕ ਮੋਡੂਲਸ, ਯਾਨੀ ਉਹ 1/b ਦੇ ਬਰਾਬਰ ਆ ਜੂ। ਆ ਤੁਹਾਡੇ ਪਹਿਲੋ ਸ਼ੁਰੂ ਦੇ ਵਿੱਚ ਫਾਰਮੂਲੇ ਆ ਜਿਹੜੇ ਆਪਾਂ ਯੂਜ਼ ਕਰਨੇ। ਜੇ ਇਹਨਾਂ ਚੋਂ ਬੋਰਡ ਕਲੀਅਰ ਦਿਖਦਾ ਜੀ? Yes, sir. Yes, sir. ਆਵਾਜ਼ sir. ਕਲੀਅਰ ਆ? Yes, sir. Yes, sir. ਜੈਸਮੀਨ ਫੇ ਚੈੱਕ ਕਰ ਬੇਟਾ, ਤੇਰੇ ਵਾਲੇ ਪਾਸੇ ਕਿਤੇ ਨਾ ਕਿਤੇ ਨੈਟ ਦੀ ਪ੍ਰੋਬਲਮ ਆ ਬੱਚੇ। ਹਾਂਜੀ, ਇੱਕ ਵਾਰੀ ਜਲਦੀ ਸਾਰੇ ਫਾਰਮੂਲੇ ਨਿਗਾਹ ਮਾਰ ਲਓ, ਮੈਂ ਮੁੜ ਕੇ ਹਟਾ ਦੇਣੇ ਆ, ਠੀਕ ਹੈ? ਤੇ ਮੈਂ ਪੁੱਛਣੇ ਆ ਹੁਣ ਪਹਿਲਾਂ ਫਾਰਮੂਲੇ। 1 ਮਿੰਟ ਦਿੱਤਾ ਤੁਹਾਨੂੰ, ਫਾਰਮੂਲੇ ਨੂੰ ਚੰਗੀ ਤਰ੍ਹਾਂ ਨਿਗਾਹ ਮਾਰੋ, ਆਪਣੇ ਕੋਲ ਲਿਖੋ, ਠੀਕ ਹੈ? ਮੈਂ ਕਾਪੀ ਦੇਖਣੀ ਆ ਹੁਣੀ, ਇਧਰੋਂ ਵੀਡੀਓ ਆਨ ਦੂਜਾ ਕੈਮਰੇ ਆਨ ਕਰਾ ਕੇ। ਕਿਨੇ ਫਾਰਮੂਲੇ ਕਾਪੀ ਤੇ ਨੋਟ ਕੀਤੇ? 1 ਮਿੰਟ ਦੇ ਸਰ ਹਾਂਜੀ ਸਰ ਇੱਕ ਵਾਰ ਫੋਟੋ ਖਿੱਚ ਕੇ ਪਾ ਦਿਓ। ਕਿਉਂ ਕੀ ਹੋਇਆ? ਤੂੰ ਲਿਖਿਆ ਨਹੀਂ? ਨਹੀਂ ਸਰ ਲਿਖੇ ਆ, ਉਹ ਲੱਭਦੇ ਨਹੀਂ ਚੱਜ ਨਾਲ, ਕਿਉਂ? ਨਿਗਾਹ ਖਰਾਬ। ਪੱਟ ਖਾਣੀ ਆ ਤੁਸੀਂ, ਨਿਗਾਹ ਖਰਾਬ। ਨੂਮੈਰੀਕਲ ਆ, ਫਰਸਟ ਨੂਮੈਰੀਕਲ ਦੀ ਸਟੇਟਮੈਂਟ। क्वेश्चन है गिवन है टू थाई बोन्स, सॉरी गल शीट वैली। हाँ जी, फर्स्ट न्यूमेरिकल हैगा तुहाडे कोल अ स्ट्रक्चरल स्टील रॉड मिलिया। यस सर। मैं स्टेटमेंट बिल्कुल हौली हौली पढ़ांगा, ध्यान नाल समझदे चलियो। A structural steel rod has a radius of 10 millimeter and a length of 1 meter, यानी मेरे को 1 meter long, ठीक है? 1 meter long ते कहना जी 10 millimeter radius वाली एक steel rod given। ये मतलब इस steel rod दे दो वेरिएबल अपने को given हो गए, एक length of rod given, length of rod 1 meter given, एक ओदा radius मेरे को 10 millimeter, यानी 10 into 10 raised to power minus 3 meter। क्या दो वेरिएबल क्लियर? Yes, sir. यस सर। ਹੁਣ ਪੂਰੇ ਐਕਟਿਵ ਚਾਹੀਦੇ ਆ ਮੈਨੂੰ, ਮੈਂ ਤੁਹਾਨੂੰ ਦੱਸ ਦਿੱਤਾ ਹੀ। ਉਸ ਤੋਂ ਬਾਅਦ ਉਹਨੇ ਕਿਹਾ ਆ 100 ਕਿਲੋ ਨਿਊਟਨ ਫੋਰਸ ਸਟ੍ਰੈਚ, ਆ 100 ਕਿਲੋ ਨਿਊਟਨ ਫੋਰਸ ਸਟ੍ਰੈਚ ਇਟ ਅਲੋਂਗ ਇਟਸ ਲੈਂਥ। ਮਤਲਬ ਇਹ ਹੋ ਗਿਆ ਕਿ ਆ ਮੇਰੇ ਕੋਲ ਇੱਕ ਰॉड ਗਿਵਨ ਆ, ਠੀਕ ਹੈ ਜੀ? ਆ ਮੇਰੇ ਕੋਲ ਇੱਕ ਰॉड ਗਿਵਨ ਆ ਜਿਹਦੀ ਲੈਂਥ ਮੇਰੇ ਕੋਲ ਉਹਨੇ ਕਹਿਤੀ 1 ਮੀਟਰ, ਇਹਦਾ ਰੇਡੀਅਸ ਮੇਰੇ ਕੋਲ r ਜਿਹੜਾ ਉਹ 10 ਮਿਲੀਮੀਟਰ ਆ। ਇਸ ਰॉड ਨੂੰ ਇਹਦੀ ਲੈਂਥ ਦੇ ਅਲੋਂਗ ਸਟ੍ਰੈਚ ਕੀਤਾ ਵਾ। ਇਹਦਾ ਮਤਲਬ ਇੱਥੇ ਫੋਰਸ ਲਗਾ ਕੇ ਇਹਦੀ ਲੈਂਥ ਨੂੰ ਅਸੀਂ ਅੱਗੇ ਨਾਲੋਂ ਕਹਿੰਦਾ ਜੀ ਚੇਂਜ ਕਰਾ ਲਿਆ। क्या स्टेटमेंट वाइज फिगर क्लियर है? Yes, sir. ਜਿਹੜੀ Sir. फोर्स लगाई है ਉਹਨੇ ਉਹ 100 ਕਿਲੋ ਨਿਊਟਨ, ਯਾਨੀ 100 into 10 raised to power 3 ਨਿਊਟਨ, ਮੀਨ ਫੋਰਸ ਸਾਡੀ 10 raised to power 5 ਨਿਊਟਨ ਆ। ਇਹ ਤਿੰਨ ਵੇਰੀਏਬਲ ਆਪਣੇ ਕੋਲ ਗਿਵਨ ਆ। ਉਹਨਾਂ ਨੇ ਪੁੱਛਿਆ ਆਪਣੇ ਕੋਲ ਪਹਿਲਾ ਵੇਰੀਏਬਲ ਆ ਕੈਲਕੂਲੇਟ ਦਾ ਸਟ੍ਰੈਸ, ਇੱਕ ਤੁਸੀਂ ਸਟ੍ਰੈਸ ਕੈਲਕੂਲੇਟ ਕਰਨੀ ਆ। ਸੈਕਿੰਡ ਉਹਨੇ ਵਰਡ ਯੂਜ਼ ਕੀਤਾ ਕਿ ਕੈਲਕੂਲੇਟ ਐਲੋਂਗੇਸ਼ਨ, ਐਲੋਂਗੇਸ਼ਨ ਚੇਂਜ ਇਨ ਲੈਂਥ ਨੂੰ ਕਵਾਂਗੇ ਕਿੰਨੀ ਵਾਇਰ ਮੇਰੀ ਜਾਂ ਰॉड ਐਲੋਂਗੇਟ ਕਰ ਗਈ, ਤੇ ਮਤਲਬ ਕਿੰਨੀ ਉਹਦੀ ਲੈਂਥ ਜਿਹੜੀ ਆ ਉਹ ਅੱਗੇ ਨਾਲੋਂ ਮੇਰੇ ਕੋਲ ਇਨਕਰੀਜ਼ ਹੋ ਗਈ। ਥਰਡ ਵੇਰੀਏਬਲ ਉਹਨੇ ਕਿਹਾ ਪਰਸੈਂਟੇਜ ਸਟ੍ਰੇਨ, ਯਾਨੀ ਤੀਜਾ ਵੇਰੀਏਬਲ ਜਿਹੜਾ ਉਹ ਪਰਸੈਂਟੇਜ ਸਟ੍ਰੇਨ। ਸਟ੍ਰੇਨ ਕਿਹੜੀ ਆਊਗੀ ਇਹਦੇ ਅੰਦਰ? ਤਿੰਨਾਂ ਵਿੱਚੋਂ ਕਿਹੜੀ ਸਟ੍ਰੇਨ ਲੈਣੀ ਆਪਾਂ?
longitudinal, longitudinal, ਤੇ longitudinal strain change in length by original length ਨੂੰ ਕਹਿੰਦੇ ਆ। yes sir, yes, yes sir, ਉਹਨੇ ਪਰਸੈਂਟੇਜ ਕਹੀ ਆ, ਇਸ ਲਈ ਇਸੇ ਦੇ ਨਾਲ 100% ਲਗਾ ਦਾਂ ਤੇ ਇਹ ਮੇਰੀ ਪਰਸੈਂਟੇਜ ਸਟ੍ਰੇਨ ਆਜੂ। ਤੀਜਾ ਵੇਰੀਏਬਲ ਇਹ ਆਪਾਂ ਕੈਲਕੂਲੇਟ ਕਰਨਾ। ਉਸ ਤੋਂ ਬਾਅਦ ਉਹਨੇ ਆਪਾਂ ਕੋਲ ਗਿਵਨ ਜੋ ਹੈਗਾ, ਗਿਵਨ ਦਾ ਯੰਗ ਮੋਡੂਲਸ ਆਫ ਦਾ ਇਲਾਸਟਿਸਿਟੀ ਆਫ ਅ ਸਟਰਕਚਰਲ ਸਟੀਲ ਇਜ਼ 2 into 10 raised to power 11, ਯਾਨੀ ਯੰਗ ਮੋਡੂਲਸ, ਕਿਉਂਕਿ ਲੈਂਥ ਦੀ ਚੇਂਜ ਇਨਵੋਲਵਡ ਆ ਔਰ ਲੈਂਥ ਦੀ ਚੇਂਜ ਕਰਕੇ ਜਿਹੜਾ ਮੋਡੂਲਸ ਆਂਦਾ ਉਹ ਯੰਗ ਮੋਡੂਲਸ ਆ। ਇਸ ਲਈ ਯੰਗ ਮੋਡੂਲਸ ਦੀ ਵੈਲਿਊ ਆਪਣੇ ਕੁਐਸਚਨ 'ਚ ਗਿਵਨ ਆ 2 into 10 raised to power 11 ਨਿਊਟਨ ਪਰ ਮੀਟਰ ਸਕੁਅਰ। ਆਪਣੇ ਕੋ ਵੇਰੀਏਬਲ ਗਿਵਨ ਆ। ਹੁਣ ਜੋ ਕੈਲਕੂਲੇਟ ਕਰਨਾ ਆਪਾਂ ਕੁਐਸਚਨ ਦੇ ਅੰਦਰ, पहला वर्ड स्ट्रेस आ गया, सिंपल सिर्फ फार्मूले दी एज सच कह लो कि भी अपन रिकॉल करने हैं। फर्स्ट पार्ट जो स्ट्रेस कढनी है, स्ट्रेस कहने अपन फोर्स बाय एरिया नु, ठीक है। फोर्स होने क्वेश्चन जे डिफाइन द 10 रेज़ टू पावर 5 आ। एरिया मेरे को सर्कुलर क्रॉस सेक्शन दा एरिया आ जाना, वो अपने को पाई आर स्क्वायर आ जाएगा। आ फार्मूले दे अंदर वेरिएबल पुट अप कर दिए, स्ट्रेस कैलकुलेट हो जू जी। Yes, sir. yes sir, Yes, sir. सेकंड तुसी कैलकुलेट करनी एलोंगेशन, एलोंगेशन डेल्टा एल कढना वा। किथों बनावा डेल्टा एल नु? Y2. y तो अपने क्वेश्चन ਦੇ ਅੰਦਰ ਜੇ ਆਪਾਂ ਆ y डिफाइन कर दीए, y अपने ਕੋਲ ਕੀ ਹੁੰਦਾ ਜੀ, ਕੀ ਫਾਰਮੂਲਾ ਬੋਲੋ? यंग मॉडुलस ਦਾ ਫਾਰਮੂਲਾ ਬੋਲੋ ਜਲਦੀ ਜਲਦੀ। y is equals to f into L divided by area into delta L. याद रख लो स्ट्रेस बाय लॉन्गिट्यूडनल स्ट्रेन है f by a into delta l by l, ਤੇ ਇਹਦੇ ਵਿੱਚੋਂ ਜੇ ਆਪਾਂ delta l ਕੈਲਕੂਲੇਟ ਕਰ ਦਈਏ f into l over a into y, है ना, वेरिएबल वाइज ਇਹਨੂੰ ਪੁੱਟ ਅਪ ਕਰਾਂ ਤੇ delta l ਦੀ ਵੈਲਿਊ f ਮੇਰੇ ਕੋਲ 10 raised to power 5, ओरिजिनल लेंथ अपने को 1 मीटर आ, एरिया अपना पाई आर स्क्वायर तो आ जाना। यंग मॉडुलस अपने क्वेश्चन च गिवन है 2 into 10 raised to power 11। Could you solve second part? Yes, sir. Yes, sir. फर्स्ट पार्ट दे अंदर जेड़ा हैगा अपने को परसेंटेज स्ट्रेन आ डेल्टा L by L into 100%। ਹੁਣ ਹੋਣਾ ਕੀ ਹੈ, डेल्टा L ਇਥੋਂ ਕੈਲਕੂਲੇਟ ਕੀਤਾ ਹੋਇਆ, ओरिजिनल लेंथ ਸਾਡੇ ਕੋਲ ਗਿਵਨ ਆ, ठीक है। एवल आ रेशियो डिफाइन कर लो तो ਤੁਹਾਡੇ ਕੋਲ परसेंटेज स्ट्रेन आ जाऊ। थर्ड पार्ट yes क्लियर है? sir, yes sir, yes sir, चल आपने को ऐसे तीन पार्ट बनने सी न्यूमेरिकल दे, आ कंप्लीट आ। सेकंड न्यूमेरिकल दी स्टेटमेंट जल्दी जल्दी पढ़ो, स्टेटमेंट पढ़ लो एक बारी फिर मैं शुरू करदा। सर स्टेटमेंट भेज दो, मेरे को है नहीं। काका राती भेजियां ਤਾਂ ਹੈਗੀਆਂ ਮੈਂ, ਰਾਤੀ ਚੈੱਕ ਕਰੋ ਆਈਆਂ ਨਹੀਂ ਤੁਹਾਨੂੰ ਸਟੇਟਮੈਂਟ ਗਰੁੱਪ ਦੇ ਵਿੱਚ। ਅਮਨ ਮਿਲੀਆਂ ਕਿ ਨਹੀਂ? सर एक मिनट चेक कर। ਰਾਤੀ ਭੇਜੀ ਹੋਈਆਂ ਸਟੇਟਮੈਂਟ ਬੇਟਾ। ਸੈਕੰਡ ਅਮਰੀਕਲ ਦੀ ਸਟੇਟਮੈਂਟ ਹੈਗੀ ਆ 4 identical cylindrical column of a steel, they support a big structure of mass 50,000 किलोग्राम। सिंपल जी एक लाइन सोचियो, कल दसी सी कि एग्जांपल मान लो एक कमरे दी छत जिहड़ी आ ओदा एसएच मास 50,000 किलोग्राम आ ते चार कॉर्नर दे विच कमरे दे असी चार एसएच असी जिहड़े पिलर दिते होए आ ਉਹਨੇ ਉਹਨੂੰ डिफाइन कर दिता कि 4 identical cylindrical column, यानी चार कॉर्नर ते चार कॉलम आ गए सिलेंड्रिकल शेप के अंदर, ठीक है। दे सपोर्ट ए बिग स्ट्रक्चर ऑफ 50,000 किलो, यानी उस पूरे दे पूरे चार पिलर दे उत्ते तुहाडे कोल 50,000 किलोग्राम मास दा वेट एक्सर्ट होएगा। Yes, sir. हुन ओने Yes, sir. इनर एंड आउटर रेडियस ऑफ ईच कॉलम आर 30 and 40 सेंटीमीटर। इनर ते आउटर यानी अपने को दो ਇਹਦਾ ਮਤਲਬ ਜਿਹੜੀ ਸ਼ਾਫਟ ਆ ਜਾਂ ਆਪਾਂ ਕਹੀਏ ਜਿਹੜੀ ਆਪਣੇ ਕੋਲ ਸਟੀਲ ਰੋਡ ਦਿੱਤੀਆਂ ਉਹਨੇ ਸਿਲੈਂਡਰੀਕਲ ਕਾਲਮ ਦਿੱਤੇ ਉਹਨੇ ਉਹ ਹੋਲੋ ਨੇ, ਠੀਕ ਹੈ। ਉਹਨਾਂ ਹੋਲੋ ਦਾ ਇਨਰ ਤੇ ਆਊਟਰ ਦੋ ਰੇਡੀਅਸ ਆ ਗਏ। ਅਸਿਊਮ ਲੋਡ ਡਿਸਟ੍ਰੀਬਿਊਸ਼ਨ ਟੂ ਬੀ ਯੂਨੀਫਾਰਮ, ਇਹਦਾ ਮਤਲਬ ਇਹ ਹੋਇਆ ਕਿ ਚਾਰਾਂ ਪਿਲਰਾਂ ਦੇ ਉੱਤੇ ਭਾਰ ਬਰਾਬਰ ਪੈ ਰਿਹਾ, ਠੀਕ ਹੈ। ਲੋਡ ਇਕੁਅਲੀ ਡਿਸਟ੍ਰੀਬਿਊਟ ਹੁੰਦਾ ਪਿਆ ਸਾਰੇ ਪਿਲਰਸ ਦੇ ਉੱਤੇ,
ठीक है, उन्हें क्या कि कैलकुलेट द कंप्रेशनल स्ट्रेन ऑफ ईच कॉलम। उस भार दे करके की होगा, पिलर दबे जाओगे, पिलर ਦੇ ਉੱਤੇ स्ट्रेस एक्सर्ट होएगी। Yes, sir. ਜੇ ਪਿਲਰ ਦੇ ਉੱਤੇ Yes, sir. स्ट्रेस आएगी ਤੇ ਪਿਲਰ ਦੇ ਵਿੱਚ ਐਸ ਸੱਚ ਸਟ੍ਰੇਨ ਬਿਲਟ ਅਪ ਹੋਏਗੀ। Yes, sir. ਉਸ ਸਟ੍ਰੇਨ ਨੂੰ ਜਿਹਦੇ ਕਰਕੇ ਪਿਲਰ ਜਿਹੜਾ ਕੰਪਰੈਸ ਹੁੰਦਾ ਪਿਆ, ਉਹਨੂੰ ਉਹਨੇ ਨਾਮ ਦਿੱਤਾ ਕਿ ਉਹ ਕੰਪਰੈਸ਼ਨਲ ਸਟ੍ਰੇਨ ਆ। ਇਹਦਾ ਮਤਲਬ ਅਸੀਂ ਪਿਲਰ ਦੇ ਅੰਦਰ ਜੇ ਲੈ ਕੇ ਚੱਲੀਏ ਕੰਪਰੈਸ਼ਨਲ ਸਟ੍ਰੇਨ ਮੀਨ ਤੁਸੀਂ ਲੌਂਗੀਟਿਊਡਨਲ ਸਟ੍ਰੇਨ ਕੱਢਣੀ ਆ ਉਹਦੀ। ਸੋ ਡੈਲਟਾ L by L ਦੀ ਵੈਲਿਊ ਕੈਲਕੂਲੇਟ ਕਰਨੀ। ਯੰਗ ਮੋਡੂਲਸ ਆਪਣੇ ਕੁਐਸਚਨ ਚ ਗਿਵਨ। ਸੋ ਜਿਹੜੇ ਵੇਰੀਏਬਲ ਆਪਣੇ ਕੋਲ ਗਿਵਨ ਆ, ਟੋਟਲ ਮਾਸ ਜਿਹੜਾ ਸਟਰਕਚਰ ਦਾ ਵਾ ਉਹ 50,000 ਕਿਲੋਗ੍ਰਾਮ ਆ। ਇਨਰ ਰੇਡੀਅਸ ਮੇਰੇ ਕੋਲ ਜਿਹੜਾ ਗਿਵਨ ਹੈਗਾ ਉਹਦਾ ਉਹ 30 into 10 raised to power minus 2 meter inner radius ਆ। outer radius ਮੇਰੇ ਕੋਲ 40 into 10 raised to power minus 2 meter ਆ। R1 R2 ਦੋਨੋਂ ਗਿਵਨ ਆ। ਔਰ ਉਸ ਤੋਂ ਬਾਅਦ ਯੰਗ ਮੋਡੂਲਸ ਗਿਵਨ ਆ ਸਾਡੇ ਕੋਲ 2 into 10 raised to power 11 न्यूटन per meter square। क्या वेरिएबल सारे क्लियर है बेटा? Yes, sir. ਹੁਣ ਜੋ ਕੈਲਕੂਲੇਟ ਕਰਨਾ ਉਹਨੇ ਕਿਹਾ ਵਾ, ਉਹਨੇ ਕਿਹਾ ਕੰਪਰੈਸ਼ਨਲ ਸਟ੍ਰੇਨ ਆਫ ਈਚ ਕਾਲਮ। ਇਹਦਾ ਮਤਲਬ ਤੁਸੀਂ ਡੈਲਟਾ L by L ਤੇ ਕੱਢਣਾ ਵਾ, ਇਹ ਇੱਕ ਕਾਲਮ ਦਾ ਕੱਢਣਾ ਵਾ ਤੇ ਆਪਣਾ ਐਸਐਚ ਪਿਆ ਯਾਨੀ 50,000 ਕਿਲੋਗ੍ਰਾਮ ਜਿਹੜਾ ਮਾਸ ਆ, ਇੱਕ 0 mg ਕਰਕੇ ਹੋਰ ਲਗਾ ਦਿਓ। ਇਹਦਾ ਮਤਲਬ ਆਪਣੇ ਕੋਲ ਜਿੰਨਾ ਟੋਟਲ weight ਆ ਉਹ 4 ਪਿਲਰਾਂ ਤੇ ਪੈ ਰਿਹਾ। ਅਸੀਂ ਉਹਨੇ ਨਾਲ ਇਹ ਕਹਿ ਦਿੱਤਾ ਕਿ ਲੋਡ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ। ਅਸੀਂ ਇੱਕ ਪਿਲਰ ਦੀ ਕੰਪਰੈਸ਼ਨਲ ਸਟ੍ਰੇਨ ਕੱਢਣੀ ਆ, ਤੇ ਜੇ ਇੱਕ ਪਿਲਰ ਦੀ ਕੱਢਣੀ ਆ ਤੇ ਇੱਕ ਪਿਲਰ ਤੇ ਜਿਹੜਾ ਭਾਰ ਪਏਗਾ ਉਹ ਐਸਐਚ ਟੋਟਲ weight ਦਾ 1/4 ਹੋਏਗਾ। Yes, Yes. sir. Yes. ਇਹਦਾ ਮਤਲਬ ਤੁਹਾਡੇ ਕੁਐਸਚਨ ਦੇ ਅੰਦਰ ਜਿਹੜਾ ਮਾਸ ਕੰਸੀਡਰ ਹੋਣਾ, ਜਿਹੜਾ weight ਕੰਸੀਡਰ ਹੋਣਾ 50,000 ਨਹੀਂ ਆਣਾ, ਇਹ ਤਾਂ ਟੋਟਲ ਛੱਤ ਦਾ ਭਾਰ ਆ। ਇਹਨਾਂ ਵਿੱਚੋਂ ਇੱਕ ਪਿਲਰ ਤੇ ਕਿੰਨਾ ਕਿੰਨਾ ਜੀ ਸਟ੍ਰੈਸ ਪਾਉਂਦਾ ਪਿਆ, ਉਹ ਇਹਦਾ 1/4 ਕਰ ਲਾਂਗੇ। Yes, sir. Yes, sir. ਇਸ ਲਈ ਜਦੋਂ ਇਹਦੀ ਕੰਪਰੈਸ਼ਨਲ ਸਟ੍ਰੇਨ ਕੱਢਣੀ ਆ, ਆਪਾਂ ਡੈਲਟਾ L by L ਕੈਲਕੂਲੇਟ ਕਰਨਾ ਤੇ we know that ਕਹਿੰਦਾ ਜੀ ਜਿਹੜੀ ਆਪਣੇ ਕੋਲ F ਦੀ ਵੈਲਿਊ ਆਏਗੀ, ਫੋਰਸ ਜਿਹੜੀ ਇੱਕ ਪਿਲਰ ਤੇ, ਉਹ 1/4 of mg ਆ ਜਾਏਗੀ। ਠੀਕ ਹੈ, ਯਾਨੀ ਆਪਣੇ ਕੋਲ ਆ ਗਿਆ ਜੀ m into 10 raised to power 5। ਠੀਕ ਹੈ ਜੀ, m ਦੀ ਵੈਲਿਊ ਆ ਗਈ, ਨਾਲ g ਆਪਾਂ 10 ਲੈ ਕੇ ਚੱਲਦੇ ਪਏ, over 4। यानी जेडी फोर्स होएगी वो 1.25 into 10 raised to power 5 न्यूटन। इन्नी अपने कोल फोर्स आ जाएगी एक पिलर दे उत्ते। ते उस तो बाद एरिया ऑफ क्रॉस सेक्शन लेना। इस सिलेंड्रिकल कॉलम हॉलो आ ते एरिया ऑफ क्रॉस सेक्शन जेड़ा होएगा वो पाई into r2 स्क्वायर minus r1 स्क्वायर। इथों आ जाओ, Yes. यानी पाई into R2 ਤੇ R1 ਦੋਨਾਂ ਦੇ ਆਪਣੇ ਕੋ 10 raised to power minus 2 ਕਾਮਨ ਕਰ ਦੋ। ਅੰਦਰ ਆਪਣੇ ਕੋਲ ਆ ਗਿਆ ਜੀ 40 ਸਕੁਅਰ minus 30 ਸਕੁਅਰ। ਠੀਕ ਹੈ, ਔਰ ਦੋਨਾਂ ਦੇ ਨਾਲ ਪਾਵਰ ਜਿਹੜੀ ਆ ਇਹਦਾ ਹੋਲ ਸਕੁਅਰ ਆਪਾਂ ਐਸਐਚ ਇੱਥੇ ਬਾਹਰ ਲਿਖ ਦਿੰਨੇ into 10 raised to power minus 4। ਇਹਨਾਂ ਏਰੀਆ ਆ ਜਾਊਗਾ। Yes. Yes, sir. Yes, Yes, sir. sir. Yes, sir. ਲਵਿਸ਼ਾ ਅਟੈਂਡੈਂਸ ਜੇ ਪਹਿਲੋਂ ਲੈ ਲਈ ਆ, ਇੱਕ ਵਾਰੀ ਅਟੈਂਡੈਂਸ ਹੁਣੀ ਲੈ ਜ਼ਰਾ। Okay, sir. ਇਹ ਜਿਹੜਾ ਡਿਫਰੈਂਸ ਹੈਗਾ ਮੈਂ ਹੁਣੀ ਕਾਲ ਕਰਨੀ ਹੈ ਇਸ ਤੋਂ ਬਾਅਦ ਇਹਨਾਂ ਨੂੰ, ਇਹ ਜਿਹੜੇ ਵਿੱਚੋਂ ਸਕਿਪ ਹੋਏ ਬੱਚੇ। ਸੋ ਏਰੀਆ ਮੇਰੇ ਕੋਲ ਪਾਈ into r2 ਸਕੁਅਰ minus r1 ਸਕੁਅਰ ਤੋਂ ਆ ਗਿਆ। ਫੋਰਸ ਆਪਣੇ ਕੋਲ ਗਿਵਨ ਹੈਗੀ ਆ। ਠੀਕ ਹੈ, ਯੰਗ ਮੋਡੂਲਸ ਗਿਵਨ ਆ ਤੇ ਯੰਗ ਮੋਡੂਲਸ ਦਾ ਫਾਰਮੂਲਾ ਅਪਲਾਈ ਕਰੋ। y ਦਾ ਫਾਰਮੂਲਾ ਸੀਗਾ f by a into delta L by L। ਜੋ ਕੈਲਕੂਲੇਟ ਕਰਨਾ ਡੈਲਟਾ L by L ਆ। ਇਹਦਾ ਮਤਲਬ ਆਪਣੇ ਕੋਲ ਇਥੋਂ ਫਾਰਮੂਲਾ ਬਣਾ ਦਾਂਗੇ delta L by L equal to f over a into y। ਆ ਮੇਰੇ ਕੋਲ ਫਾਰਮੂਲਾ ਜੋ ਜਿਹ ਚ ਤਿੰਨ ਵੇਰੀਏਬਲ ਚਾਹੀਦੇ ਆ। f ਆਪਣੇ ਕੋਲ ਇਥੋਂ ਡਿਵੈਲਪ ਹੋ ਚੁੱਕਾ ਵਾ, ਏਰੀਆ ਵੀ ਆਪਣੇ ਕੋਲ ਗਿਵਨ ਆ ਤੇ ਯੰਗ ਮੋਡੂਲਸ ਦੀ ਵੈਲਿਊ ਆਪਣੇ ਕੁਐਸਚਨ ਚ ਡਿਫਾਈਨਡ ਆ। ਇਸ ਫਾਰਮੂਲੇ ਚ ਵੇਰੀਏਬਲ ਪੁੱਟ ਅਪ ਕਰਕੇ ਕੈਲਕੂਲੇਸ਼ਨ ਕੰਪਲੀਟ ਹੋ ਜਾਏਗੀ। Yes, sir. Yes, sir. Yes, sir. ਚਲ ਇਸ ਤੋਂ ਬਾਅਦ ਥਰਡ ਨੂਮੈਰੀਕਲ ਸਟੇਟਮੈਂਟ ਪੜੋ ਇੱਕ ਵਾਰੀ। ਅਮਨ ਮਿਲ ਗਈ ਸ਼ੀਟ? हाँ जी सर। ਚਲੋ ਪੜੋ ਥਰਡ ਦੀ ਸਟੇਟਮੈਂਟ ਚੰਗੀ ਤਰ੍ਹਾਂ। ਸਟੇਟਮੈਂਟ ਮੈਂ ਥਰਡ ਦੀ ਪੁੱਛਣੀ ਆ, ਇਸ ਲਈ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਿਓ ਬੇਟਾ।
पढ़ लिया? Yes, sir. चलो हाँ जी, हिया की स्टेटमेंट गिवन है बेटा? हिया हिया है नहीं। सक्षम की स्टेटमेंट गिवन है? दो कंपोजिट वायर्स ਆ हम्म ਜਿਹਦਾ ਡਾਇਆਮੀਟਰ 1 ਸੈਂਟੀਮੀਟਰ ਆ ਕੰਸਿਸਟਿੰਗ ਆਫ ਕਾਪਰ ਤੇ ਸਟੀਲ ਵਾਇਰ ਆ ਸਟੀਲ ਵਾਇਰ ਦੀ ਲੈਂਥ 2.2 ਮੀਟਰ ਆ ਸੋਰੀ ਸਰ ਕਾਪਰ ਵਾਇਰ ਦੀ 2.2 ਮੀਟਰ ਆ ਸਟੀਲ ਵਾਇਰ ਦੀ 2.0 ਮੀਟਰ ਲੈਂਥ ਵਾ ਤੇ ਟੋਟਲ ਐਕਸਟੈਂਸ਼ਨ ਉਹਨਾਂ ਦੀ ਜਦੋਂ ਫੋਰਸ ਲੱਗੀ ਆ ਉਦੋਂ 1.2 ਮਿਲੀਮੀਟਰ ਆ ਕੈਲਕੂਲੇਟ ਕਰਨਾ ਫੋਰਸ ਕਿੰਨੀ ਲੱਗੀ ਆ ਯੰਗ ਮੋਡੂਲਸ ਕਾਪਰ ਵਾਇਰ ਦਾ 1.1 into 10 raised to power 11 ਤੇ ਸਟੀਲ ਦਾ 2.0 into 10 raised to power 11 ਹੁਣ ਆਪਣੇ ਵੇਰੀਏਬਲ ਜੇ ਆਪਾਂ ਲਿਖ ਕੇ ਚੱਲੀਏ ਤੇ ਆਪਣੇ ਕੋਲ ਵੇਰੀਏਬਲ ਪਹਿਲਾਂ ਲਿਖੋ। ਹੁਣ ਕਿਹਾ ਜੀ ਇੱਕ ਕੰਪੋਜ਼ਿਟ ਵਾਇਰ ਹੈ, ਯਾਨੀ ਤੁਸੀਂ ਦੋ ਮਟੀਰੀਅਲ ਨੂੰ ਕੰਬਾਈਨ ਕਰਕੇ ਇੱਕ ਵਾਇਰ ਬਣਾਈ ਆ, ਠੀਕ ਹੈ। ਔਰ ਉਹ ਚ ਉਹਨੇ ਡਿਫਾਈਨ ਕੀਤਾ ਕਿ ਕੰਪੋਜ਼ਿਟ ਵਾਇਰ ਦਾ ਡਾਇਆਮੀਟਰ 1 ਸੈਂਟੀਮੀਟਰ ਆ, ਕੰਟੇਨਿੰਗ ਜਾਂ ਕੰਸਿਸਟਿੰਗ ਆਫ ਕਾਪਰ ਐਂਡ ਸਟੀਲ ਵਾਇਰ, ਯਾਨੀ ਆਪਣੇ ਕੋਲ ਡਾਇਆਮੀਟਰ ਦਾ ਮਤਲਬ ਰੇਡੀਅਸ ਗਿਵਨ ਹੋ ਗਿਆ। ਜਿਹੜੀ ਵਾਇਰ ਦਾ ਰੇਡੀਅਸ ਆਪਣੇ ਕੋਲ ਉਹ ਐਸ ਐਚ 0.5 ਸੈਂਟੀਮੀਟਰ means 0.5 into 10 raised to power minus 2 meter radius given। ਉਸ ਤੋਂ ਬਾਅਦ ਉਹਨੇ ਆਪਣੇ ਕੁਐਸਚਨ ਚ ਕਿਹਾ ਵਾ ਕਿ ਤੁਹਾਡੇ ਕੋਲ ਐਸ ਐਚ ਦੋਨਾਂ ਵਾਇਰ ਦੀ ਕਾਪਰ ਵਾਇਰ ਦੀ ਲੈਂਥ L ਕਾਪਰ ਮੇਰੇ ਕੋਲ ਜਿਹੜਾ ਗਿਵਨ ਆ, ਠੀਕ ਹੈ ਜੀ, 2.2 ਮੀਟਰ ਆ, ਠੀਕ ਹੈ। ਔਰ ਜਿਹੜੀ L ਆਫ ਸਟੀਲ ਗਿਵਨ ਆ ਉਹਦੀ ਵੈਲਿਊ ਮੇਰੇ ਕੋਲ ਜਿਹੜੀ ਐਸ ਐਚ 2.0 ਮੀਟਰ ਆ। ਇਹਨਾਂ ਕਲੀਅਰ ਆ ਜੀ? Yes, sir. ਉਸ ਤੋਂ ਬਾਅਦ Yes, ਮੈਂ ਆਪਣੇ ਕੁਐਸਚਨ ਜੇ ਕਿਹਾ ਵਾ ਕਿ ਟੋਟਲ ਐਕਸਟੈਂਸ਼ਨ ਆਫ ਦਾ ਵਾਇਰ when stretched by a force is 1.2 ਮਿਲੀਮੀਟਰ। ਫੋਰਸ ਨਹੀਂ ਦੱਸੀ ਕਿੰਨੀ ਆ, ਪਰ ਜਿਹੜੀ ਟੋਟਲ ਸਟ੍ਰੈਚਿੰਗ ਹੋਈ ਆ, ਯਾਨੀ ਜਿਹੜਾ ਟੋਟਲ ਡੈਲਟਾ L ਦੋਨਾਂ ਦਾ ਮਿਲਾ ਕੇ ਆਇਆ ਵਾ, ਠੀਕ ਹੈ, ਯਾਨੀ ਡੈਲਟਾ L1 ਪਲੱਸ ਇਹਨੂੰ L1 ਤੇ L2 ਕਰਨ ਲੱਗਿਆ ਸਿੰਬਲ ਨੂੰ। L1 ਆਪਣਾ ਪਹਿਲਾ ਵੇਰੀਏਬਲ ਕਾਪਰ ਆ, ਇਸ ਲਈ ਕਾਪਰ ਲੈ ਲਿਆ ਬਣਾ। ਸੋ ਡੈਲਟਾ L1 ਪਲੱਸ ਡੈਲਟਾ L2 ਇੰਨੀ ਟੋਟਲ ਐਕਸਟੈਂਸ਼ਨ ਹੋਈ ਆ। ਇਹ ਆਪਣੇ ਕੋਲ SH 1.2 ਮਿਲੀਮੀਟਰ ਆ। ਇਹਦਾ ਮਤਲਬ ਡੈਲਟਾ L ਦੀ ਵੈਲਿਊ ਮੀਨ ਡੈਲਟਾ L1 ਪਲੱਸ ਡੈਲਟਾ L2 ਆਪਣੇ ਕੋਲ 1.2 into 10 raised to power minus 3 ਮੀਟਰ ਗਿਵਨ ਆ। ਕਲੀਅਰ ਆ? Yes, sir. Yes, sir. ਉਸ ਤੋਂ ਬਾਅਦ ਉਹਨੇ ਕਿਹਾ ਜੀ ਫੋਰਸ ਕੈਲਕੂਲੇਟ ਕਰੋ। ਇਹਦਾ ਮਤਲਬ ਤੁਸੀਂ F ਲੱਭਣਾ ਜਿਹੜਾ ਕਿ ਸਟ੍ਰੈਸ ਦੇ ਫਾਰਮੂਲੇ ਚ ਕਿਤੇ ਨਾ ਕਿਤੇ ਪਿਆ ਹੋਊਗਾ, ਠੀਕ ਹੈ। ਗਿਵਨ ਯੰਗ ਮੋਡੂਲਸ ਆਫ ਕਾਪਰ, ਪਹਿਲੀ ਵਾਰ ਆਪਾਂ SH ਕਾਪਰ ਲਿੱਤੀ ਆ ਤੇ ਉਹਦਾ ਯੰਗ ਮੋਡੂਲਸ ਆਪਣੇ ਕੋਲ ਗਿਵਨ ਹੈ 1.1 into 10 raised to power 11, ਠੀਕ ਹੈ, ਨਿਊਟਨ ਪਰ ਮੀਟਰ ਸਕੁਅਰ। ਔਰ ਜਿਹੜਾ Y2 ਗਿਵਨ ਹੈ ਆਪਣੇ ਕੋਲ ਉਹ ਹੈਗਾ ਜੀ 2 into 10 raised to power 11 ਪਾਸਕਲ। ਲਿਖਣਾ ਪਾਸਕਲ ਲਿਖ ਦੋ, ਨਿਊਟਨ ਪਰ ਮੀਟਰ ਸਕੁਅਰ ਕਹਿ ਦੋ, ਦੋਨੋਂ ਚੀਜ਼ਾਂ ਸੇਮ ਆ। ਹੁਣ ਕਿਹੜਾ ਫਾਰਮੂਲਾ ਲੈ ਕੇ ਆਪਾਂ ਇਹਦੇ ਚੋਂ F ਕੱਢਣਾ ਹੈ, ਕਿੱਦਾਂ ਕਰਾਂਗੇ ਇਸ ਨਿਊਮੈਰੀਕਲ ਨੂੰ? ਸੋਚੋ ਤੇ ਬੋਲੋ, ਤੁਹਾਡੇ ਤੋਂ ਪੁੱਛਣਾ ਪੂਰਾ ਕੁਐਸਚਨ ਮੈਂ। Sir, young modulus का formula है। ਫਾਰਮੂਲਾ ਲਾ ਦਿੰਨੇ ਜੀ, ਬੋਲੋ ਕੀ ਲਾਵਾਂ? ਉਹ ਬੋਲੋ ਕੀ ਲਗਾਵਾਂਗੇ ਫਾਰਮੂਲਾ? F by FL divided by A delta L। ਲਗਾ ਦਿੱਤਾ। ਇਹਦਾ ਮਤਲਬ ਆਪਾਂ y1 ਲਿਖਣਾ ਹੋਵੇ ਆਪਾਂ ਕੀ ਲਿਖੀਏ ਇੱਥੇ? ਆ ਸਾਰੇ ਵੇਰੀਏਬਲ ਨੂੰ f1 l1 ਇਦਾਂ ਲਿਖਾਂ ਕਿ ਕੀ ਕਰਾਂ? Sir, force ਦਾ same ਆ ਦੋਨੋਂ ਤੇ। ਹਾਂ, ਜਿਹੜੀ ਕੰਪੋਜ਼ਿਟ ਵਾਇਰ ਆ ਮੇਰੀ ਕੰਪੋਜ਼ਿਟ ਵਾਇਰ ਬਣੀ ਹੋਈ ਦੋ ਤਾਰਾਂ ਨੂੰ ਜੋੜ ਕੇ ਮੈਂ ਖਿੱਚਿਆ ਸੀਗਾ। ਐਸਐਚ ਮਤਲਬ ਫੋਰਸ ਤਾਂ ਦੋਨਾਂ ਦਾ ਸੇਮ ਲੱਗੂ। Yes, sir। yes, sir. ਜਿਹੜੀ F ਨੇ ਚੇਂਜ ਨਹੀਂ ਹੋਣਾ, F ਮੇਰਾ ਸੇਮ ਰਹੇਗਾ। L1 ਮੇਰੀ ਫਰਸਟ ਵਾਇਰ ਦੀ ਲੈਂਥ ਆ ਗਈ ਓਵਰ A1 into ਡੈਲਟਾ L1, ਠੀਕ ਹੈ ਜੀ। ਆਪਾਂ ਜੋ ਕੱਢਣਾ ਵਾ ਕੁਐਸਚਨ ਦੇ ਅੰਦਰ ਉਹ SH ਫੋਰਸ ਆ, ਠੀਕ ਹੈ। ਹੁਣ ਇੱਕ ਫਾਰਮੂਲਾ ਯੰਗ ਮੋਡੂਲਸ ਦਾ Y1 ਕਾਪਰਲੀ ਡਿਫਾਈਨ ਕਰ ਦੋ। ਸੇਮ ਇਸੇ ਵੇ ਨਾਲ ਜੇ ਮੈਂ Y2 ਡਿਫਾਈਨ ਕਰਨਾ ਉਹ ਆ ਜਾਏਗਾ FL2 ਓਵਰ A2 into ਡੈਲਟਾ L2। ਕੀ ਕਰਾਂ ਹੁਣ ਇਹਨਾਂ ਦੋਨਾਂ ਫਾਰਮੂਲਿਆਂ ਦੇ ਵਿੱਚ? ਕਿੱਦਾਂ ਸੋਲਵ ਕਰਾਂਗੇ? Sir, F ਨੂੰ equate ਕਰ ਦੋ।
f ਦੇ ਬੇਸ ਤੇ ਮੈਂ ਇਕੁਏਟ ਕਰਤਾ, f ਮੇਰਾ ਐਲੀਮੀਨੇਟ ਹੋ ਜਾਏਗਾ। ਸੋਲਵ ਕੀ ਹੋਇਆ ਫਿਰ ਕੁਐਸਚਨ ਚ? ਜੇ ਮੈਂ ਇਧਰੋਂ ਵੀ f ਕੱਢ ਲਵਾਂ, ਇਧਰੋਂ ਵੀ f ਕੱਢ ਲਵਾਂ, ਦੋਨਾਂ ਦੀ f ਦੀ ਵੈਲਿਊ ਇਕੁਏਟ ਕਰਤੀਆਂ, f ਐਲੀਮੀਨੇਟ ਹੋ ਗਿਆ, ਮੇਰਾ ਕਿਹੜਾ ਵੇਰੀਏਬਲ ਸੋਲਵ ਹੋ ਕੇ ਆਏਗਾ? ਆਪਾਂ ਲੱਭਣਾ ਤੇ f ਆ, ਫਿਰ ਉਹ f डेल्टा एल ਹਾਂ ਬੋਲੋ ਲਵਿਸ਼ਾ। डेल्टा एल ਮਤਲਬ ਡੈਲਟਾ L ਨੂੰ ਕੈਲਕੂਲੇਟ ਕਰਾਂ ਇਥੋਂ ਕਹਿ ਰਹੇ ਹੋ? यस सर ਓਕੇ ਡਨ। ਆਪਾਂ ਇਥੋਂ ਡੈਲਟਾ L1 ਕੱਢ ਲਿਆ, ਡੈਲਟਾ L1 ਆ ਗਿਆ ਜੀ f L1 ਓਵਰ A1 ਇਨਟੂ Y1। ਇਧਰੋਂ ਡੈਲਟਾ L2 ਕੱਢ ਦੇਣਾ, f L2 ਓਵਰ A2 ਇਨਟੂ Y2। ਅੱਗੇ ਬੋਲੋ ਕੀ ਕਰੀਏ? ਸਰ ਇਹਨਾਂ ਇਕੁਏਸ਼ਨਸ ਨੂੰ ਐਡ ਕਰ ਦੋ। ਇਹਨਾਂ ਨੂੰ ਐਡ ਕਰ ਦਈਏ, ਐਡ ਕਰਕੇ ਕੀ ਐਡਵਾਂਟੇਜ ਆਏਗੀ? ਡੈਲਟਾ L1 ਪਲੱਸ ਡੈਲਟਾ L2 ਦੀ ਵੈਲਿਊ ਪਤਾ ਸਾਨੂੰ। ਬਿਲਕੁਲ, ਯਾਨੀ ਜੇ ਦੋਨੋਂ ਟਰਮ ਐਡ ਕਰਾਂ ਤੇ ਆ ਆਪਣੀ ਜਿਹੜੀ ਵੈਲਿਊ ਦਿੱਤੀ ਹੋਈ ਆ ਇਹ ਕਿਤੇ ਨਾ ਕਿਤੇ ਯੂਜ਼ ਹੋਏਗੀ। ਇਹਦਾ ਮਤਲਬ ਜੇ ਆਪਾਂ ਨੈਕਸਟ ਲਾਈਨ 'ਚ ਚੱਲੀਏ, ਡੈਲਟਾ L1 ਪਲੱਸ ਡੈਲਟਾ L2, ਠੀਕ ਹੈ ਜੀ, ਆਪਣੀ ਕੋ ਟਰਮ ਐਡ ਕਰਾਈਏ ਤੇ ਆਪਣੀ ਟਰਮ ਆ ਗਈ f L1 ਓਵਰ A1 Y1 ਪਲੱਸ f L2 ਓਵਰ A2 ਇਨਟੂ Y2। और इस सारे की वैल्यू मेरी 1.2 इंटू 10 रेज़ टू पावर -3 इक्वल टू आ जाएगा f कॉमन कर दो दोनों चो, L1 ओवर A1 Y1 प्लस L2 ओवर A2 Y2। इन्हों किहड़े बिना सॉल्व करांगे जी? कोई बोलूंगे अगे की करिए? मनन जी तुसी इथों बनाया क्वेश्चन, अगे बोलो की करिए? ਵੈਲਿਊਜ਼ ਭਰ ਦੋ ਸਰ L ਤੇ A ਦੀਆਂ। ए कितना पुट अप करा? सर a पाई r स्क्वायर जो भरांगे फिर r तो सेम आएगा। हाँ इथे A1 A2 भी नहीं चलना, A1 ते A2 साडा सेम रेडियस ना चलना, यानी A1 A2 पाई r स्क्वायर दोनों ਲਈ रहना। L1 L2 ਆਪਣੇ ਕੋਲ ਹੈਗਾ ਵਾ, ਉਹ ਵੀ ਆਪਣੇ ਕੋਲ ਵੇਰੀਏਬਲ ਆ, Y1 Y2 ਵੀ ਹੈਗੇ ਆ, ਤੇ ਇਹਨੂੰ ਸੋਲਵ ਕਰ ਲਈਏ। ਇਹਦਾ ਮਤਲਬ A1 A2 ਦੀ ਥਾਂ ਤੇ A ਵੀ ਆ ਗਿਆ, ਉਹ ਵੀ ਸੇਮ ਹੀ ਰਹਿ ਜਾਣਾ। L1 Y1 L2 Y2 ਸਾਰੇ ਵੇਰੀਏਬਲ ਹੈਗੇ ਆ, ਜੇ ਕੈਲਕੂਲੇਸ਼ਨ ਕਰੋ ਇਹਦੀ ਤੇ ਆਪਣੀ ਫੋਰਸ ਕੈਲਕੂਲੇਟ ਹੋ ਜਾਓ। ਯੈਸ ਸਰ। यस सर तो ਇਹਨੂੰ ਸੋਲਵ ਕਰਕੇ ਇਥੋਂ ਤੁਸੀਂ ਫੋਰਸ ਦੀ ਵੈਲਿਊ ਕੈਲਕੂਲੇਟ ਕਰਨੀ ਆ, ਇਹ ਤੁਹਾਡਾ ਕੰਮ ਹੋਏਗਾ, ਹੋ ਜਾਊਗਾ? यस ਯੈਸ ਸਰ। ਸਾਰਿਆਂ ਨੂੰ यस सर। ਚਲੋ सर ਇੰਨਾ ਹੀ ਕਰ ਰਹੇ ਆ, ਇੱਥੇ ਰੋਕ ਰਹੇ ਆ ਜੀ, ਕੱਲ ਇਸ ਤੋਂ